ਬਾਕੀ ਤੇ ਗੱਲਾਂ ਦੀਆਂ ਗੱਲਾਂ, ਪਰ ਇੰਨੀ ਦਿਨੀ ਜਿਹੜੀ ਸਿਆਸੀ ਕਿੱਕਲੀ ਪੈ ਰਹੀ ਨਾ, ਉਹ ਦੇਖਣੀ ਵਾਲੀ ਹੈ। ਕੱਲ ਪ੍ਰਤਾਪ ਸਿੰਘ ਬਾਜਵਾ ਮੋਗੇ ਦੇ ਵਿੱਚ ਇੱਕ ਸਿਆਸੀ ਰੈਲੀ ਸੀ, ਧਰਨੇ ਟਾਈਪ ਰੈਲੀ, ਜਿਹਦੇ ਵਿੱਚ ਉਹ ਸਿੱਧੇ ਹੀ ਹੋ ਗਏ ਆਪਣੇ ਬਗਾਨੇ ਸਾਰੇ ਹੀ। ਸਵਾਦ ਬੜਾਇਆ, ਉਹਨਾਂ ਦੀ ਸ਼ਬਦ ਚੋਣ ਤੇ ਲਹਿਜਾ ਵੇਖਣ ਵਾਲਾ ਸੀ। ਪਰ ਹੁਣ ਸਵਾਲ ਇਸ ਗੱਲ ਦਾ ਹੈ ਕਿ CWC ਦੀ ਮੀਟਿੰਗ ਦੇ ਵਿੱਚ ਜਾ ਕੇ ਜਿਹੜੀ ਕੇਂਦਰੀ ਲੀਡਰਸ਼ਿਪ ਫੈਸਲਾ ਕਰੀ ਬੈਠੀ, ਉਹਦੇ ਖਿਲਾਫ ਇਹ ਦੋਵੇਂ ਕਿੱਦਾਂ ਖਲੋਣਗੇ। ਉਹਨਾਂ ਹੱਥ ਤੇ ਖੜੇ ਕਰਾ ਲਏ ਆਪਣੇ ਵਰਕਰਾਂ ਤੋਂ, ਔਰ ਹੱਥ ਵੀ ਸਾਰੇ ਦੇ ਸਾਰੇ 100% ਖੜੇ ਹੋ ਗਏ ਵੀ ਅਸੀਂ ਨਹੀਂ ਜੇ ਗੱਠਜੋੜ ਕਰਨਾ ਆਮ ਆਦਮੀ ਪਾਰਟੀ ਨਾਲ। ਪਰ ਜਿਹੜੇ ਉੱਪਰਲੇ ਬੰਨੇ ਫੈਸਲਾ ਲਈ ਫਿਰਦੇ ਆ, ਉਹ ਥੱਲੇ ਵਾਲਿਆਂ ਨੂੰ ਕਦੋਂ ਪੁੱਛਣਗੇ। ਹੁਣ ਰਵਨੀਤ ਬਿੱਟੂ ਹੋਣ ਜਾਂ ਕਟਾਰੂ ਚੱਕ ਤੇ ਭਾਵੇਂ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਨੇ ਬਖਸ਼ਿਆ ਕੋਈ ਨਹੀਂ। ਗੱਲ ਤੋਰੋ, ਮੈਂ ਡਰੱਗਸ ਵਾਲੇ ਮਾਮਲੇ 'ਚ ਜਾਣਾ ਹੈ ਕਿ ਕੇਸ ਬੰਦ ਹੋ ਗਿਆ। ਮੈਂ ਕੋਟਕਪੂਰੇ ਵੀ ਜਾਣਾ ਚਾਹੁੰਦਾ ਕਿ ਚਾਰਜ ਸ਼ੀਟ ਵਿੱਚ ਉਹ 2 ਵਿਅਕਤੀ ਕਿਹੜੇ ਦਰਸਾਏ ਗਏ ਨੇ ਜਿਨ੍ਹਾਂ ਨੇ ਪੁਲਿਸ ਕੋਲੋਂ ਉਸ ਦਿਨ SLR ਖੋਲੀਆਂ ਸੀ। ਮੈਂ ਉਸ ਗੱਲ ਤੇ ਵੀ ਜਾਣਾ ਹੈ ਕਿ ਜਿੱਦਾਂ ਆਨਲਾਈਨ ਰਿਸ਼ਵਤ ਦਾ ਜ਼ਿਕਰ ਹੋ ਰਿਹਾ, ਰਿਸ਼ਵਤ ਤਾਂ ਆਪਾਂ ਬੰਦ ਕਰਤੀ, ਜ਼ੀਰੋ ਟੋਲਰੈਂਸ ਹੋ ਗਈ, ਸੁਪਰੀਮੋ ਵੀ ਕਹਿ ਰਹੇ ਨੇ। ਤੇ ਆਪਾਂ ਇਸ ਗੱਲ ਤੇ ਵੀ ਜਾਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਕੀ ਹੋ ਰਿਹਾ। ਜਾਣਾ ਅਸੀਂ ਇਸ ਗੱਲ ਤੇ ਵੀ ਆ ਕਿ ਭਗਵੰਤ ਮਾਨ ਹੁਣ ਵਿਰੋਧੀ ਧਿਰ 'ਚ ਨਹੀਂ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਬਾਸਮਤੀ ਵਾਲੇ ਮੁੱਦੇ ਤੇ ਸਟੇਟਮੈਂਟ ਨਾਲ ਨਹੀਂ ਸਰਨਾ। ਇੱਕ ਦਿਨ ਆਪਣਾ ਉਡਨ ਖਟੋਲਾ ਚੌਪਰ ਦਿੱਲੀ ਵੱਲ ਨੂੰ ਲੈ ਕੇ ਜਾਓ, ਪ੍ਰਧਾਨ ਮੰਤਰੀ ਨਾਲ ਜਾਂ ਖੇਤੀ ਮੰਤਰੀ ਨਾਲ ਗੱਲ ਕਰੋ ਜਾ ਕੇ। ਐਕਸਪੋਰਟ ਸਾਰੀ ਰੋਗੀ ਆ। ਸਾਰੇ ਸਵਾਲ ਲੈਣੇ ਆ, ਪਰ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਪੋਲਿਟਿਕਸ ਖੋਲ ਦਿੱਤੀ ਆ। ਇਹਨਾਂ ਦੀ ਕੋਈ ਵੱਟੀ ਜਾਊਗੀ। ਇੰਨੀ ਲੱਤ ਡਾ ਕੇ ਲੀਕ ਖਿੱਚ ਕੇ ਜਦੋਂ ਸਟੈਂਡ ਲੈ ਰਿਹਾ ਕਿ ਨਹੀਂ ਜਾਣਾ ਅਸੀਂ ਇਹਨਾਂ ਨਾਲ, ਸੁਣਨਗੇ ਇਹਨਾਂ ਦੀ ਜਾਂ ਫਿਰ ਉਸੇ ਤਨਖਾਹ ਤੇ ਚੁੱਪ ਕਰਕੇ ਗੁਜ਼ਾਰਾ ਕਰ ਜਾਣਗੇ। ਫਿਰ ਕਿਹੜੇ ਮੂੰਹ ਨਾਲ ਕਰਨਗੇ ਜੀ। ਰੰਧਾਵਾ ਸਾਹਿਬ ਦੇਖੋ, ਜਿਸ ਤਰ੍ਹਾਂ ਦਾ ਕੱਲ ਮਾਹੌਲ ਮੋਗੇ ਦੇ ਵਿੱਚ ਸੀਗਾ, ਔਰ ਵੈਸੇ ਤਾਂ ਪ੍ਰਤਾਪ ਸਿੰਘ ਬਾਜਵਾ ਆਪਣੇ ਵਾਕ ਪਟੂਤਾ ਲਈ ਤਾਂ ਜਾਣੇ ਹੀ ਜਾਂਦੇ ਨੇ। ਜਿੰਨਾ ਸ਼ਾਨਦਾਰ ਉਹ ਬੋਲਦੇ ਆ ਇਹ, ਔਰ ਕਿੱਥੋਂ ਸ਼ਬਦ ਲੈ ਕੇ ਆਉਂਦੇ ਆ, ਔਰ ਕਿਹਦੇ ਤੇ ਵਾਰ ਕਰਨਗੇ ਇਹ ਕੋਈ ਪਤਾ ਨਹੀਂ ਹੁੰਦਾ। ਉਹ ਤਾਂ ਬੰਦੇ ਨੂੰ ਉਦੋਂ ਹੀ ਪਤਾ ਚੱਲਦਾ, ਵਾਰ ਹੋ ਜਾਂਦਾ। ਕੱਲ ਜਦੋਂ ਉਹਨਾਂ ਨੇ ਇਹ ਵਾਰ ਵਿਰੋਧੀਆਂ ਨੇ ਤਾਂ ਕੀਤਾ ਹੀ ਕੀਤਾ, ਉਹ ਤਾਂ ਕਰਦਾ ਹੀ ਹੈ, ਪਰ ਕੱਲ ਤਾਂ ਉਹਨਾਂ ਨੇ ਆਪਣੇ ਵਾਲਿਆਂ ਨੂੰ ਵੀ ਨਹੀਂ ਛੱਡਿਆ। ਕੱਲ ਤੁਸੀਂ ਦੇਖਿਆ ਹੋਣਾ ਜਦੋਂ ਉਹ ਬੋਲ ਰਹੇ ਸੀਗੇ, ਉਹਨਾਂ ਦੇ ਜਿਹੜਾ ਇੱਕ ਇੱਕ ਸ਼ਬਦ ਚੋਂ ਜਿਸ ਤਰ੍ਹਾਂ ਦਾ ਗੁੱਸਾ ਵੀ ਪ੍ਰਗਟ ਹੋ ਰਿਹਾ ਸੀ, ਪਰ ਨਾਲ ਦੀ ਨਾਲ ਉਹ ਇੱਕ ਮੈਸੇਜ ਵੀ ਦੇਣਾ ਚਾਹ ਰਹੇ ਸੀ। ਉਹ ਮੈਸੇਜ ਕਿੰਨਾ ਲਈ ਸੀ ਉਹ ਸਮਝ ਗਏ ਹੋਣੇ ਸਾਰੇ ਕਿ ਮੈਸੇਜ ਕਿੰਨਾ ਵਾਸਤੇ ਹੈਗਾ। ਦੇਖੋ, ਕਿਸੇ ਦਾ ਉਹਨਾਂ ਨੇ ਨਾਂ ਨਹੀਂ ਲਿਆ, ਬਹੁਤਿਆਂ ਦਾ ਜਿਹੜੇ ਆਪਣੇ ਵਾਲੇ ਉਹਨਾਂ ਦਾ ਬਹੁਤਿਆਂ ਦਾ ਨਾਂ ਨਹੀਂ ਲਿਆ। ਜਿਵੇਂ ਰਵਨੀਤ ਬਿੱਟੂ ਤੋਂ ਤਾਂ ਖਾਸ ਹੀ ਨਾਰਾਜ਼ ਲੱਗ ਰਹੇ ਸੀਗੇ, ਹਾਲਾਂਕਿ ਇੱਕ ਵਾਰ ਵੀ ਉਹਦਾ ਨਾਂ ਨਹੀਂ ਆਇਆ ਜਦੋਂ ਉਹਨਾਂ ਨੇ ਕਿਹਾ ਕਿ ਇਹ ਲੋਕ ਸਾਨੂੰ ਕੱਢਣਗੇ ਪਾਰਟੀ ਚੋਂ ਬਾਹਰ, ਜਾਂ ਇਹ ਲੋਕ ਸਾਨੂੰ ਦੱਸਣਗੇ ਕਿ ਪਾਰਟੀ 'ਚ ਕਿਹਨੇ ਰਹਿਣਾ ਕਿਹਨੇ ਨਹੀਂ ਰਹਿਣਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਸਾਫ਼ ਜ਼ਾਹਿਰ ਹੈ ਵੀ ਉਹ ਕਹਿਣਾ ਕੀ ਚਾਹੁੰਦੇ ਆ। ਦੂਜੀ ਗੱਲ, ਜਿਹੜੇ ਅਲਾਈਅੰਸ ਦੀ ਗੱਲ ਹੋ ਰਹੀ ਹੈ, ਤੇ ਕਿਉਂਕਿ ਕੱਲ ਜਿਹੜੀ ਅੱਜ ਹੈਦਰਾਬਾਦ 'ਚ ਜਦੋਂ ਉਹਨਾਂ ਨੇ ਪਹੁੰਚਣਾ ਹੈ ਜਿੱਥੇ CWC ਦੀ ਮੀਟਿੰਗ ਹੈ, ਉੱਥੇ ਵੀ ਪਹਿਲਾਂ ਇਹ ਸਾਰੇ ਵਰਕਰਾਂ ਤੋਂ ਇੱਕ ਸਹਿਮਤੀ ਲੈ ਗਏ ਹੈ। ਪਹਿਲਾਂ ਵੀ ਇੱਕ ਕਾਂਗਰਸ ਭਵਨ 'ਚ ਮੀਟਿੰਗ ਬੁਲਾਈ ਸੀ, ਉਦੋਂ ਵੀ ਸਾਰਿਆਂ ਤੋਂ ਸਹਿਮਤੀ ਲਿੱਤੀ। ਉਦੋਂ ਲੀਡਰ ਸੀਗੇ ਸਾਰੇ, ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਇਲੈਕਸ਼ਨ ਲੜੀ ਆ, ਉਹ MLAs, ਉਹ ਸਾਰੇ ਸੀ। ਕੱਲ ਸਾਰੇ ਵਰਕਰ ਸੀ, ਹਰ ਥਾਂ ਦੇ ਹਰ ਜਗ੍ਹਾ ਦੇ ਵਰਕਰ ਹੋਣਗੇ। ਉਹਨਾਂ ਤੋਂ ਵੀ ਉਹਨਾਂ ਨੇ ਸਪੈਸ਼ਲੀ ਹੱਥ ਖੜੇ ਕਰਾਏ ਹੈ ਕਿ ਹੱਥ ਖੜੇ ਕਰਕੇ ਦੱਸੋ ਜਿਹੜੇ ਅਲਾਈਅੰਸ ਦੇ ਖਿਲਾਫ ਨੇ, ਤੇ ਸਾਰਿਆਂ ਨੇ ਖੜੇ ਕੀਤੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਕਿ ਬਹੁਤ ਸਾਰੇ ਬੰਦੇ ਫਿਰ ਮੈਨੂੰ ਇਹ ਕਹਿਣਗੇ ਜੀ ਜਿਨ੍ਹਾਂ ਜਿਹੜੇ ਹੱਕ ਸੀ ਉਹਨਾਂ ਲਈ ਤਾਂ ਤੁਸੀਂ ਕਿਹਾ ਹੀ ਨਹੀਂ। ਉਹ ਕਹਿੰਦੇ ਉਹ ਵਾਲੇ ਵੀ ਖੜੇ ਕਰ ਦਿਓ ਜਿਹੜੇ ਹੱਕ 'ਚ ਨੇ। ਉਹਨਾਂ ਨੇ ਵੀ ਕਿਸੇ ਨੇ ਖੜਾ ਨਹੀਂ ਕੀਤਾ। ਇਹ ਤਾਂ ਮਤਲਬ ਹੈ ਉਹਨਾਂ ਨੇ ਉੱਥੇ ਜਿੰਨੇ ਲੋਕ ਮੌਜੂਦ ਸੀ ਉਹਨਾਂ ਤੋਂ 100% ਜਿਹੜੀ ਹੈ ਉਹ ਸਹਿਮਤੀ ਲੈ ਲਈ। ਨਾਲ ਦੀ ਨਾਲ ਇੱਕ MP, ਉਹ ਉਸੇ ਕੰਸਟੀਚੁਐਂਸੀ ਦੇ MP ਮੁਹੰਮਦ ਸਦੀਕ, ਕਿਉਂਕਿ ਉਸੇ ਕੰਸਟੀਚੁਐਂਸੀ ਦਾ ਪਾਰਟ ਹੈ, ਮੋਗਾ ਫਰੀਦਕੋਟ ਕੰਸਟੀਚੁਐਂਸੀ ਦਾ ਹੀ ਪਾਰਟ ਹੈ, ਇਸ ਕਰਕੇ ਉਹਨਾਂ ਨੇ ਉਹਦਾ ਵੀ ਨਾਮ ਲਿਆ। ਕਿਉਂਕਿ ਤੁਹਾਨੂੰ ਯਾਦ ਹੋਊਗਾ ਰਵਨੀਤ ਬਿੱਟੂ ਤੋਂ ਪਹਿਲਾਂ ਜਾਂ ਨਵਜੋਤ ਸਿੱਧੂ ਤੋਂ ਪਹਿਲਾਂ ਮੁਹੰਮਦ ਸਦੀਕ ਵੀ ਕਹੇ ਜੇ ਮੈਂਬਰ ਪਾਰਲੀਮੈਂਟ ਹੈਗੇ ਆ ਜਿਨ੍ਹਾਂ ਨੇ ਕਿਹਾ ਸੀ ਵੀ ਜੋ ਵੀ ਫੈਸਲਾ ਹੋਊਗਾ ਉਹ ਹਾਈ ਕਮਾਂਡ ਕਰੂਗੀ ਔਰ ਮੈਂ ਹਾਈ ਕਮਾਂਡ ਦੇ ਫੈਸਲੇ ਨਾਲ ਹੀ ਚੱਲੂਗਾ। ਸੋ ਕੱਲ ਉਹਨਾਂ ਨੇ ਉਹਦੇ ਬਾਰੇ ਵੀ ਪੁੱਛਿਆ ਵੀ ਉਹ ਕਿੱਥੇ ਹੈ, ਤੇ ਜਦੋਂ ਵਰਕਰਾਂ ਨੇ ਕਿਹਾ ਵੀ ਉਹ ਤਾਂ ਚਲੇ ਗਏ ਜੀ ਗੱਡੀ 'ਚ ਬਹਿ ਕੇ, ਉਹ ਕਹਿੰਦੇ ਚੰਗਾ ਹੋਇਆ ਚਲੋ ਚਲੇ ਗਏ। ਮਤਲਬ ਕਿ ਤੁਸੀਂ ਦੇਖੋ ਅੱਜ ਜਦੋਂ ਹੁਣ ਉਹ CWC ਦੀ ਮੀਟਿੰਗ 'ਚ ਉੱਥੇ ਪਹੁੰਚਣਗੇ ਤਾਂ ਇੱਕ ਮੈਸੇਜ ਉਹ ਆਪਣੀ ਹਾਈ ਕਮਾਂਡ ਨੂੰ ਵੀ ਦੇਣਗੇ ਕਿ ਜੀ ਥੱਲੇ ਬਿਲਕੁਲ ਵੀ ਲੋਕ ਰਾਜੀ ਨਹੀਂ ਹੈਗੇ। ਸੋ ਇਹ ਉਹਦੇ ਸੰਦੇਸ਼ ਦੀ ਜਿਹੜੇ ਬਾਜਵਾ ਸਾਹਿਬ ਜਿਹੜਾ ਜਿੰਨਾ ਵੀ ਕੁਝ ਬੋਲੇ ਹੈ ਉਹਦਾ ਇੱਕ ਮੈਸੇਜ ਕ੍ਰਿਸਟਲ ਕਲੀਅਰ ਹੈ। ਤਾਂ ਮੈਨੂੰ ਤਾਂ ਸਾਫ਼ ਤੌਰ ਤੇ ਲੱਗ ਰਿਹਾ
ਕਿ ਉਹ ਬਹੁਤ ਖਿਲਾਫ ਨੇ, ਔਰ ਇਹਨਾਂ ਨੇ ਇਹ ਮੈਸੇਜ ਅੱਜ ਉੱਥੇ ਆ ਕੇ ਦੇ ਵੀ ਦੇਣਾ ਹੈ। ਤੇ ਇਹ ਅਲਾਇੰਸ ਕੀ ਸ਼ੇਪ ਲਏਗਾ ਕਿ ਮਤਲਬ ਕਈ ਵਾਰ ਹਾਈ ਕਮਾਂਡ ਮਿਡ ਵੇ ਵੀ ਕੱਢ ਲੈਂਦੀ ਵੀ ਚਲੋ ਜੀ ਕੋਈ ਗੱਲ ਨਹੀਂ, ਮਿਡ ਵੇ ਦਾ ਵੀ ਕੱਢ ਕੇ ਦੇਖ ਲੈਂਦੇ ਆ। ਪਰ ਉਹਨਾਂ ਵੱਲੋਂ ਜਿਹੜੀ ਲੀਡਰਸ਼ਿਪ ਹੈ, ਚਾਹੇ ਉਹ ਕਾਂਗਰਸ ਦੇ ਪ੍ਰਧਾਨ ਹੋਣ ਸਟੇਟ ਦੇ ਜਾਂ CLP ਲੀਡਰ ਹੋਣ, ਉਹਨਾਂ ਨੇ ਤਾਂ ਆਪਣਾ ਕ੍ਰਿਸਟਲ ਕਲੀਅਰ ਸੰਦੇਸ਼ ਇੱਕ ਦੇਤਾ। ਭਾਸਕਰ ਸਾਹਿਬ ਇਹਦੇ ਦੋ ਹੋਰ ਐਂਗਲ ਨੇ, ਮੈਂ ਤੁਹਾਡੇ ਕੋਲ ਹੀ ਆ ਰਿਹਾ। ਭਾਸਕਰ ਸਾਹਿਬ ਇਹਦੇ ਦੋ ਐਂਗਲ ਨੇ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ। ਇੱਕ ਐਂਗਲ ਤਾਂ ਇਹ ਹੈ ਕਿ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹ ਮਾਲਵੇ 'ਚ ਨੇ, ਉਹ ਮਾਲਵੇ 'ਚ ਜਾ ਕੇ ਗੱਲ ਕਰ ਰਹੇ ਆ। ਮਾਲਵਾ ਪੂਰੀ ਤਰ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ ਹੁੰਦਾ, ਉਹ ਐਂਟੀ ਐਸਟੈਬਲਿਸ਼ ਮੰਨਿਆ ਜਾਂਦਾ, ਛੇਤੀ ਗੁੱਸਾ ਕਰਦਾ ਹੈ। ਮਾਲਵੇ ਦੇ ਲੋਕ ਕਿਸੇ ਪੁਚਲਾਵੇ 'ਚ ਨਹੀਂ ਆਉਂਦੇ, ਉਹ ਕਿਸੇ ਲਹਿਰ ਦਾ ਹਿੱਸਾ ਹੋ ਵੀ ਜਾਂਦੇ ਨੇ ਔਰ ਲਹਿਰਾਂ ਨੂੰ ਉਲੱਦ ਵੀ ਦਿੰਦੇ ਨੇ। ਦੂਜੀ ਗੱਲ ਜਿਹੜੀ ਪ੍ਰਤਾਪ ਸਿੰਘ ਬਾਜਵਾ ਨੇ ਅਹਿਮ ਕਹੀ, ਉਹਨਾਂ ਨੇ ਕਹੀ ਕਿ ਸਾਡੇ MP ਤੇ ਚਾਹੁੰਦੇ ਨੇ ਵੀ ਕਿੰਨੀ ਜਲਦੀ ਹੋਵੇ ਤੇ ਇਹ ਗੱਠਜੋੜ ਹੋਵੇ ਤੇ ਅਸੀਂ ਪਾਰਲੀਮੈਂਟ 'ਚ ਪਹੁੰਚੀਏ, ਪਰ ਅਸੀਂ ਪਾਰਟੀ ਵੀ ਬਚਾਉਣੀ ਆ। ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਰਿਦਮ, ਇੱਕ ਰੈਪੋ ਬਣਿਆ ਸੀ ਜਲੰਧਰ ਜਿੱਤਣ ਤੋਂ ਬਾਅਦ, ਉਹ ਖੁਰਦਾ ਦਿਸ ਰਿਹਾ। ਉਹਨਾਂ ਦੇ ਆਪਣੇ ਅਹਿਮ ਲੋਕ ਵੀ ਕਿਤੇ ਕਿਤੇ ਨੌਕ ਕਰ ਰਹੇ ਆ ਵਿਰੋਧ ਦੀ ਸੁਰ, ਔਰ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਹੜ੍ਹਾਂ ਦੀ ਸਥਿਤੀ ਤੋਂ ਬਾਅਦ ਤੇ ਬਹੁਤ ਮਾਮਲਿਆਂ ਦੇ ਵਿੱਚ ਯੂ ਟਰਨ ਲੈਣ ਕਰਕੇ ਲੋਕਾਂ ਦੇ ਵਿੱਚ ਉਹ ਇਮੇਜ ਜਿਹੜੀ ਆ ਖੜੀ ਹੁੰਦੀ ਆ, ਉਹ ਖੁਰ ਰਹੀ ਆ। ਮਤਲਬ ਭਗਵੰਤ ਮਾਨ ਜਿਸ ਤਰ੍ਹਾਂ ਜਲੰਧਰ ਜਿੱਤ ਕੇ ਇੱਕ ਲੀਡਰ ਐਸਟੈਬਲਿਸ਼ ਹੋ ਗਏ ਸੀ, ਉਹ ਬਹੁਤ ਤਾਤ ਵਿੱਚ ਲਗਾਤਾਰ ਲੋਕਾਂ ਨੂੰ ਐਡਰੈਸ ਕਰ ਰਿਹਾ, ਤਾਂ ਬੋਲਣ ਵਾਲੇ ਮੁੱਖ ਮੰਤਰੀ ਵਜੋਂ ਜਾਣੇ ਜਾਣਨ ਲੱਗ ਗਿਆ ਕੁਝ ਕਰਕੇ, ਕਿਉਂਕਿ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਤੋਂ ਲੈ ਕੇ ਬਾਕੀ ਚੀਜ਼ਾਂ ਵੀ ਜਿਹੜੀਆਂ ਵੱਟੇ ਖਾਤੇ ਪੈਂਦੀਆਂ ਦਿਸਦੀਆਂ ਨੇ ਕਿਤੇ ਕਿਤੇ। ਸੋ ਮੈਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨਬਜ ਟਟੋਲ ਰਹੇ ਨੇ ਲੋਕਾਂ ਦੀ ਕਿ ਆਮ ਆਦਮੀ ਪਾਰਟੀ ਨੂੰ ਉਹਨਾਂ ਸਮਰਥਨ ਸ਼ਾਇਦ ਨਾ ਮਿਲੇ। ਜੇ ਉਹਨਾਂ ਸਮਰਥਨ ਨਹੀਂ ਮਿਲਦਾ ਤੇ ਕਾਲੀਏ ਤੇ ਲੀਏ ਨਹੀਂ ਚੜੇ, ਤਾਂ ਫਿਰ ਜਾਣਗੇ ਕਿਹੜੇ ਪਾਸੇ ਪੰਜਾਬ ਦੇ ਲੋਕ ਜਿਹੜੇ ਕਿ ਐਂਟੀ ਐਸਟੈਬਲਿਸ਼ਮੈਂਟ ਨੇ? ਉਹ ਭਾਜਪਾ ਨਾਲ ਤੇ ਜਾਣਗੇ ਨਹੀਂ, ਕਿਉਂਕਿ ਉਹਦੇ ਨਾਲ ਜੇ ਕੇਂਦਰੀ ਕਾਨੂੰਨ ਖੇਤੀ ਵਾਲੇ ਉਹਨਾਂ ਦੇ ਮਾਮਲੇ 'ਚ ਵੀ ਗੁੱਸਾ ਹੋਊਗਾ। ਸੋ ਸਾਨੂੰ ਸੌਖਿਆਂ ਇਹ ਲੜਾਈ ਲੜਨ 'ਚ ਮਦਦ ਰਹੂਗੀ। ਬਹੁਕੋਣੀ ਮੁਕਾਬਲਿਆਂ 'ਚ ਪ੍ਰਤਾਪ ਸਿੰਘ ਬਾਜਵਾ ਸ਼ਾਇਦ ਇਹ ਸਮਝਦੇ ਨੇ ਕਿ ਕਾਂਗਰਸ ਰਿਵਾਈਵ ਕਰ ਜੇ, ਕਾਂਗਰਸ ਫਿਰ ਖੜੀ ਹੋ ਜੇ। ਮੇਰਾ ਖਿਆਲ ਕਿ ਉਹਨਾਂ ਦਾ ਇੱਕ ਨੁਕਾਤੀ ਏਜੰਡਾ ਇਹ ਹੋ ਸਕਦਾ। ਬਾਕੀ ਤੁਸੀਂ ਇਹਨੂੰ ਕਿਵੇਂ ਸਮਝ ਰਹੇ ਹੋ? ਜਿੱਥੇ ਤੱਕ ਕੱਲ ਦੀ ਗੱਲ ਹੈਗੀ ਹੈ, ਦੇਖੋ ਪ੍ਰਤਾਪ ਸਿੰਘ ਬਾਜਵਾ ਬਹੁਤ ਟਾਈਮ ਤੋਂ ਇਸ ਪ੍ਰਪੋਜ਼ਡ ਅਲਾਈਅੰਸ ਦਾ ਵਿਰੋਧ ਕਰ ਰਹੇ ਨੇ। ਕੱਲ ਉਹਨਾਂ ਨੇ ਨਾ ਕੇਵਲ ਇਸ ਤਰੀਕੇ ਦੇ ਕਿਸੇ ਵੀ ਅਲਾਈਅੰਸ ਦਾ ਵਿਰੋਧ ਕੀਤਾ, ਬਲਕਿ ਆਪਣੀ ਹੀ ਪਾਰਟੀ ਦੇ ਉਹ ਲੀਡਰ ਜਿਹੜੇ ਇਸ ਪ੍ਰਪੋਜ਼ਡ ਅਲਾਈਅੰਸ ਦਾ ਸਮਰਥਨ ਕਰਦੇ ਹੋਏ ਨਜ਼ਰ ਆਉਂਦੇ ਨੇ, ਉਹਨਾਂ ਦਾ ਵੀ ਵਿਰੋਧ ਕੀਤਾ। ਹੁਣ ਇਸ ਲੜਾਈ ਨੂੰ, ਯਾਨੀ ਇਸ ਅਲਾਈਅੰਸ ਨੂੰ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਕਾਂਗਰਸ ਦੇ ਲੀਡਰ ਨਹੀਂ ਮੰਨਣਗੇ। ਇੱਕ ਤਰੀਕੇ ਨਾਲ ਹੈਦਰਾਬਾਦ ਜਾਣ ਤੋਂ ਪਹਿਲੇ ਉਹਨਾਂ ਨੇ ਇੱਕ ਟੋਨ ਸੈੱਟ ਕਰਤੀ, ਕਿਉਂਕਿ ਸਾਰੇ ਲੀਡਰ, ਖਾਸ ਕਰਕੇ ਉਹਨਾਂ MPਆਂ ਦਾ ਜ਼ਿਕਰ ਜਿਨ੍ਹਾਂ ਦਾ ਬਿਨਾਂ ਨਾਂ ਲਿੱਤੇ ਉਹਨਾਂ ਨੇ ਜ਼ਿਕਰ ਕੀਤਾ, ਉਹਦੇ ਵਿੱਚ ਸਾਰੇ ਇਹ ਕਹਿੰਦੇ ਨੇ ਜੇ ਹਾਈ ਕਮਾਂਡ ਨੇ ਜਿਹੜਾ ਫੈਸਲਾ ਕੀਤਾ ਆਪਾਂ ਮੰਨਾਂਗੇ। ਔਰ ਇਹੀ ਗੱਲ ਰਾਜਾ ਵੜਿੰਗ ਉਹਨਾਂ ਵੀ ਕਹਿੰਦੇ ਨੇ, ਪਰ ਨਾਲ ਦੇ ਨਾਲ ਉਸ ਅਲਾਈਅੰਸ ਦਾ ਵਿਰੋਧ ਵੀ ਕਰਦੇ ਨੇ। ਯਾਨੀ ਇੱਕ ਤਰੀਕੇ ਨਾਲ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ, ਟੋਨ ਸੈੱਟ ਕੀਤੀ ਹੈ ਹੈਦਰਾਬਾਦ ਤੋਂ ਪਹਿਲੇ। ਜੇ ਕਿਤੇ ਹਾਈ ਕਮਾਂਡ ਤੋਂ ਕੋਈ ਏਦਾਂ ਦਾ ਫੈਸਲਾ ਆ ਜਾਂਦਾ ਵੀ ਨਹੀਂ ਸਾਨੂੰ ਅਲਾਈਅੰਸ ਕਰਨਾ ਪਏਗਾ ਜਾਂ ਅਸੀਂ ਅਲਾਈਅੰਸ ਕਰਾਂਗੇ, ਤੇ ਫਿਰ ਉਹਦਾ ਵਿਰੋਧ ਕੰਟੀਨਿਊ ਰਹਿ ਸਕੇ। ਉਹ ਆਪਣੇ ਆਪ ਵਿੱਚ ਕੱਲ ਦੀ ਰੈਲੀ ਦੇ ਵਿੱਚੋਂ ਨਿਕਲ ਕੇ ਆਈ ਹੈ ਕਿ ਕਾਂਗਰਸ ਦੇ ਵਿੱਚ ਅੱਗੇ ਅਗਰ ਏਦਾਂ ਦਾ ਕੋਈ ਅਲਾਈਅੰਸ ਹੁੰਦਾ ਹੈ ਤੇ ਫਿਰ ਇਹ ਲੜਾਈ ਹੋਰ ਅਗਲੇ ਨੈਕਸਟ ਲੈਵਲ ਤੱਕ ਵੀ ਜਾ ਸਕਦੀ ਹੈ। ਲੇਕਿਨ ਤੁਸੀਂ ਇਹ ਦੇਖੋ ਕਿ ਹੈਦਰਾਬਾਦ ਦੇ ਵਿੱਚ ਜਿਹੜੀ ਗੱਲਾਂ ਚੱਲ ਰਹੀ ਹੈ, ਜਾਂ ਜਿਹੜਾ ਕੱਲ ਅੱਜ ਤੋਂ CWC ਦੀ ਮੀਟਿੰਗ ਹੋ ਰਹੀ ਹੈ, ਉਹਦਾ ਏਜੰਡਾ ਕੀ ਰੱਖਿਆ ਉਹਨਾਂ ਨੇ? ਟੂ ਡਿਸਕਸ ਦੀ ਕਰੰਟ ਪੋਲੀਟੀਕਲ ਸਿਚੁਏਸ਼ਨ। ਔਰ ਉਹਦੇ ਨਾਲ ਨਾਲ ਇਹ ਵੀ ਗੱਲ ਕੀਤੀ ਹੈ ਕਿ ਇੰਡੀਆ ਬਲੌਕ ਦੇ ਲੀਡਰ, ਜ਼ਿਆਦਾਤਰ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਅਕਤੂਬਰ ਐਂਡ ਤੱਕ ਇਸ ਅਲਾਈਅੰਸ ਦੀ ਸੀਟ ਸ਼ੇਅਰਿੰਗ ਦਾ ਫਾਰਮੂਲਾ ਸੈੱਟ ਕਰ ਦਿੱਤਾ ਜਾਏ। ਹਾਲਾਂਕਿ ਕਾਂਗਰਸ ਦੇ ਹੀ ਕੁਝ ਲੀਡਰ ਇਹ ਚਾਹੁੰਦੇ ਨੇ ਕਿ ਆਉਣ ਵਾਲੀ 5 ਸੂਬਿਆਂ ਦੀ ਅਸੈਂਬਲੀ ਚੋਣਾਂ ਦੇ ਰਿਜ਼ਲਟ ਦੇਖ ਲਈਏ, ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦੀ ਸੀਟ ਸ਼ੇਅਰਿੰਗ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਬਾਰਗੇਨਿੰਗ ਪਾਵਰ ਕਾਂਗਰਸ ਦੇ ਹੱਥ 'ਚ ਜ਼ਿਆਦਾ ਆ ਜਾਏਗੀ। ਹੁਣ ਕਰੀਏ ਕਿ ਜਿਹੜੀ ਦੂਜੀ ਪਾਰਟੀਆਂ ਉਹ ਕਹਿੰਦੇ 30 ਅਕਤੂਬਰ ਜਾਂ 31 ਅਕਤੂਬਰ ਤੋਂ ਪਹਿਲੇ ਇਹ ਸੀਟ ਸ਼ੇਅਰਿੰਗ ਫਾਈਨਲ ਕਰੋ। ਹੁਣ ਇਹਨਾਂ ਸਾਰੀ ਗੱਲਾਂ ਦੇ ਉੱਤੇ, ਕਿਉਂਕਿ ਖੜਗੇ ਸਾਹਿਬ ਵੀ ਕੱਲ ਇਹ ਗੱਲ ਕਹਿ ਰਹੇ ਨੇ, ਭਾਵੇਂ ਅਸੀਂ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ 90% ਵੀ ਐਗਰੀ ਹੋ ਜਾਈਏ ਤੇ ਅਸੀਂ ਮੋਦੀ ਸਾਹਿਬ ਨੂੰ ਹਰਾ ਦਾਂਗੇ, ਜਾਂ ਇੰਡੀਆ ਬਲੌਕ ਯੂਨਾਈਟਿਡ ਆਪੋਜੀਸ਼ਨ ਤੋਂ ਤੌਰ ਤੇ BJP ਨੂੰ ਸੱਤਾ ਤੋਂ ਬਾਹਰ ਕਰ ਦੇਗਾ। ਹੁਣ ਜਦੋਂ 90% ਕਹਿੰਦੇ ਨੇ ਤੇ ਬਾਕੀ ਤੇ 10% ਤੱਕ ਉਹ ਸੂਬੇ ਹੈਗੇ ਨੇ, ਖਾਸ ਕਰਕੇ ਪੰਜਾਬ, ਵੈਸਟ ਬੰਗਾਲ, ਕੇਰਲਾ, ਜਾਂ ਉਹਨਾਂ ਤਮਾਮ ਸੂਬਿਆਂ ਦੀ ਉਹ ਗੱਲ ਕਰਦੇ ਨੇ ਜਿਨ੍ਹਾਂ ਸੂਬਿਆਂ ਦੇ ਵਿੱਚ
ਸੀਟ ਸ਼ੇਅਰਿੰਗ ਦਾ ਫਾਰਮੂਲਾ ਕਾਫੀ ਟੇਢਾ ਜਿਹਾ ਲੱਗਦਾ ਹੈ, ਔਰ ਉਹ ਵੀ ਖਾਸ ਕਰਕੇ ਤਦ ਜਦ ਉਹਨਾਂ ਦੇ ਹੀ ਪਾਰਟੀ ਦੇ ਲੀਡਰ ਤੇ ਵਰਕਰ ਇਸ ਤਰੀਕੇ ਦੇ ਕਿਸੇ ਵੀ ਪਾਰਟੀ ਦੇ ਦੂਜੇ ਪਾਰਟੀ ਨਾਲ ਅਲਾਈਅੰਸ ਦੇ ਵਿਰੋਧ ਵਿੱਚ ਹੈਗੇ ਨੇ। ਇਹ ਸਾਰੀ ਗੱਲਾਂ ਦੇ ਉੱਤੇ ਮੰਥਨ ਹੋਏਗਾ CWC ਦੀ ਮੀਟਿੰਗ ਦੇ ਵਿੱਚ, ਸ਼ਾਇਦ ਕੋਈ ਫਾਰਮੂਲਾ ਨਿਕਲ ਕੇ ਆ ਸਕਦਾ। ਤੁਸੀਂ ਭਾਸਕਰ ਸਾਹਿਬ ਠੀਕ ਕਹਿ ਰਹੇ ਹੋ, ਪਰ ਮੇਰੀ ਨਜ਼ਰ ਇੱਕ ਹੋਰ ਜਗ੍ਹਾ ਤੇ ਖੜੀ ਹੈ। ਇੰਦਰਪ੍ਰੀਤ ਜੀ, ਮੈਂ ਕਾਫੀ ਅਹਿਮ ਮਾਮਲਿਆਂ ਤੇ ਅੱਗੇ ਜਾਣਾ ਹੈ, ਪਰ ਮੈਨੂੰ ਇੰਜ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਨੇ ਹਮਲਾ ਬੋਲਿਆ, ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬੜਾ ਕਲੀਅਰ ਸਟੈਂਡ ਲਿਆ, ਉਹਦੇ ਵਿੱਚੋਂ ਇੱਕ ਅਤ ਅਹਿਮ ਮਾਮਲਾ ਉੱਭਰ ਕੇ ਆਉਂਦਾ। ਜੇਕਰ ਤੁਸੀਂ ਨਜ਼ਰਸਾਨੀ ਕਰੋ ਤਾਂ ਉਹ ਹੈਗਾ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਮਾਮਲਾ। ਰਾਜਾ ਵੜਿੰਗ ਜਦੋਂ ਦੇ ਬਣਿਆ, ਕੁਝ ਸੁਰਾਂ ਉਹਨਾਂ ਦੇ ਖਿਲਾਫ ਲਗਾਤਾਰ ਉੱਭਰ ਰਹੀਆਂ ਨੇ। ਕੁਝ ਸੁਰਾਂ ਇਹ ਵੀ ਨੇ ਕਿ ਪ੍ਰਧਾਨ ਕੋਈ ਹੋਰ ਤਗੜਾ ਹੋਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਇਸ ਲਾਈਨ 'ਚ ਸ਼ੁਰੂ ਤੋਂ ਨੇ ਕਿ ਮੈਨੂੰ ਤੁਸੀਂ ਡਰਾਈਵਿੰਗ ਸੀਟ ਦਿਓ, ਜੇਕਰ ਹੁਣ ਕੋਈ ਸੱਤਾ ਕੋਲ ਨਹੀਂ ਤਾਂ ਕੁਦਰਤੀ ਤੌਰ ਤੇ ਪ੍ਰਦੇਸ਼ ਦੀ ਪ੍ਰਧਾਨਗੀ ਅਹਿਮ ਆ। ਸਵਾਲ ਬਹੁਤ ਅਹਿਮ ਆ ਕਿ ਇਸ ਲੜਾਈ ਦੇ ਵਿੱਚ ਰਵਨੀਤ ਬਿੱਟੂ ਨਵੇਂ ਕੁੱਦੇ ਨੇ, ਉਹਨਾਂ ਦੀ ਹਾਈ ਕਮਾਂਡ ਨਾਲ ਨੇੜਤਾ ਹੈ, ਉਹ ਇੱਕ ਪਰਿਵਾਰ ਦੀ ਵਿਰਾਸਤ ਵਿੱਚੋਂ ਆਉਂਦੇ ਨੇ ਜਿਹਦੀ ਵਫਾਦਾਰੀ ਜਿਹੜੀ ਕਾਂਗਰਸ ਦੀ ਕਮਾਂਡ ਨਾਲ, ਹਾਈ ਕਮਾਂਡ ਨਾਲ ਰਹੀ ਹੈ। ਸੋ ਇਹ ਵੀ ਇੱਕ ਮਾਮਲਾ ਹੈ ਕਿ ਕਿਸੇ ਤਰੀਕੇ ਨਾਲ ਰਾਜਾ ਵੜਿੰਗ ਨੂੰ ਪਟਕਣੀ ਦੇ ਕੇ ਕੋਈ ਨਵਾਂ ਪ੍ਰਧਾਨ ਜੇ ਬਣਦਾ ਹੈ ਤੇ ਉਸ ਰੇਸ ਵਿੱਚ ਰਵਨੀਤ ਬਿੱਟੂ ਆਪਣੇ ਆਪ ਨੂੰ ਅੱਗੇ ਲਿਆ ਰਹੇ ਨੇ। ਨਵਜੋਤ ਸਿੰਘ ਸਿੱਧੂ ਤਾਂ ਹੈ ਹੀ ਨੇ, ਇਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਮੰਨੇ ਜਾਂਦੇ ਸੀ, ਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਆਪ ਨੂੰ ਇਸ ਕਰਕੇ ਵੱਖ ਕਰ ਲਿਆ ਕਿ ਜਿਹੜੇ ਸ਼ੁਰੂਆਤੀ ਪ੍ਰਧਾਨ ਬਣੇ ਹੁੰਦੇ ਨੇ ਉਹ ਅਖੀਰੀ ਦਮ ਤੱਕ, ਕਿਉਂਕਿ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ 'ਚ ਨੇ, ਵੀ ਉਹ ਕਾਇਮ ਨਹੀਂ ਰਹਿੰਦੇ ਹੁੰਦੇ। ਸੋ ਅਖੀਰਲੇ ਸਾਲ 'ਚ ਆ ਕੇ ਪ੍ਰਧਾਨ ਫਿਰ ਬਦਲੇ ਜਾਂਦੇ ਹੁੰਦੇ ਆ। ਸੋ ਇਸ ਕਰਕੇ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਸੀਨ 'ਚ ਨਾ ਹੋਣ ਕਰਕੇ ਜਦੋਂ ਲਾਸਟ ਮੂਮੈਂਟ ਤੇ ਪ੍ਰਧਾਨ ਬਦਲੇ ਜਾਣਗੇ, ਪਹਿਲੇ ਪ੍ਰਧਾਨ ਗਲਤੀਆਂ ਕਰਨਗੇ ਤਾਂ ਮੇਰੀ ਵਾਰੀ ਆ ਜਾਊਗੀ। ਸੋ ਇਸ ਵੇਲੇ ਬਿੱਟੂ ਤੇ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਦੀ ਕੁਰਸੀ ਖੋਣ ਨੂੰ ਫਿਰਦੇ ਆ, ਲੇਕਿਨ ਲੜਾਈ ਦੇ ਸੂਤਰਧਾਰ ਪ੍ਰਤਾਪ ਸਿੰਘ ਬਾਜਵਾ ਬਣੇ ਹੋਏ ਆ। ਇੰਦਰਪ੍ਰੀਤ ਜੀ, ਇੱਥੇ ਟਿੱਪਣੀ ਦਿਓ। ਫਿਰ ਮੈਨੂੰ ਸਨਅਤਕਾਰਾਂ ਦੀ ਮਿਲਣੀ ਦਾ ਤਾਂ ਬਹੁਤ ਖੁਸ਼ੀ ਹੈ ਕਿ ਚਲੋ ਹੋ ਰਹੀ ਆ, ਬੜੀ ਐਲਾਨ ਹੋ ਰਿਹਾ, ਪਰ ਸਾਡੀ ਅਸਲ ਸਨਅਤ, ਸਾਡੀ ਇੰਡਸਟਰੀ, ਸਾਡਾ ਐਕਸਪੋਰਟ, ਸਾਡੀ ਬਾਸਮਤੀ ਉੱਤੇ ਕੱਲੀ ਸਟੇਟਮੈਂਟ ਕਿਉਂ? ਭਗਵੰਤ ਮਾਨ ਵਿਰੋਧੀ ਧਿਰ 'ਚ ਥੋੜੀ ਨੇ, ਉਹ ਆਪਣਾ ਆਰਡਰ ਖਟੋਲਾ ਲੈ ਕੇ ਪ੍ਰਧਾਨ ਮੰਤਰੀ ਤੇ ਬੂਹੇ ਅੱਗੇ ਕਿਉਂ ਨਹੀਂ ਬੈਠੇ? ਮਰ ਚੱਲੇ ਅਸੀਂ, ਸਾਡੇ ਬੰਦਿਆਂ ਦਾ ਇੰਨਾ ਰੈਵਨਿਊ ਲਾਸ ਹੋ ਚੱਲਿਆ, ਸਾਡੇ ਘਰਾਂ 'ਚ ਕਿੰਨੇ ਕੁ ਪੈਸੇ ਆਉਣਗੇ? ਸੋ ਮੈਂ ਇਹਦੇ ਉੱਤੇ ਜਾਨਣਾ ਪਹਿਲਾਂ ਜਿਹੜਾ ਕਾਂਗਰਸ ਦੀ ਪ੍ਰਧਾਨਗੀ ਵਾਲਾ ਮਾਮਲਾ। ਰੰਧਾਵਾ ਸਾਹਿਬ, ਠੀਕ ਕਹਿ ਰਹੇ ਹੋ ਤੁਸੀਂ ਕਿ ਇਸ ਟਾਈਮ ਪ੍ਰਧਾਨਗੀ ਦਾ ਇਸ਼ੂ ਹੈਗਾ, ਪਰ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ 2024 ਤੱਕ ਇਹ ਸੰਭਵ ਨਹੀਂ ਹੈਗਾ ਕਿ ਕਿਸੇ ਹੋਰ ਨੂੰ ਬਿਠਾਤਾ ਜਾਏ ਉੱਥੇ, ਕਿਉਂਕਿ ਪ੍ਰਧਾਨਗੀ ਬਹੁਤ ਇੰਪੋਰਟੈਂਟ ਪੋਸਟ ਹੈਗੀ ਹੈ। ਬਹੁਤ ਸਾਰਾ ਟਾਈਮ ਲੱਗ ਜਾਂਦਾ ਹੈ ਬੰਦਿਆਂ ਨੂੰ, ਆਪਣੇ ਬੰਦੇ ਆਇਡੈਂਟੀਫਾਈ ਕਰਨ ਵਾਸਤੇ, ਆਪਣੇ ਵਰਕਰ ਆਇਡੈਂਟੀਫਾਈ ਕਰਨ ਵਾਸਤੇ ਵੀ ਕਿਹਨਾਂ ਨੂੰ ਅੱਗੇ ਲਗਾ ਕੇ ਆਪਾਂ ਨੇ ਇਲੈਕਸ਼ਨ ਲੜਨਾ ਹੈ। ਸੋ ਜੇ ਇਸ ਟਾਈਮ ਚੇਂਜ ਕਰਦੇ ਆ ਤਾਂ ਉਹਦਾ ਇੱਕ ਮੈਸੇਜ ਬਹੁਤ ਗਲਤ ਚਲਾ ਜਾਂਦਾ। ਇੱਕ ਬਿਲਕੁਲ ਜਿਹੜੇ ਵੀ ਪੁਰਾਣੇ ਪ੍ਰਧਾਨ ਦੇ ਨਾਲ ਬੰਦੇ ਹੋਣਗੇ ਉਹ ਬਿਲਕੁਲ ਹੀ ਉਹਦੇ ਵਿਰੋਧ 'ਚ ਖੜੇ ਹੋ ਜਾਂਦੇ ਆ। ਸੋ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਇਸ ਟਾਈਮ ਤਾਂ ਕੋਈ ਇਹੋ ਜਿਹਾ ਫੈਸਲਾ ਲਏਗੀ, ਪਰ ਹਾਂ ਤੁਰੰਤ ਇਸ ਤੋਂ ਬਾਅਦ, ਮਤਲਬ ਕਿ 2024 ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਦਾ ਵੀ ਕੋਈ ਮਤਲਬ ਕਿ ਰਿਜ਼ਲਟ ਆਉਂਦਾ ਹੈ, ਜੇ ਕਾਂਗਰਸ ਦੇ ਹੱਕ 'ਚ ਆਉਂਦਾ ਹੈ ਜਾਂ ਇੰਡੀਆ ਦੇ ਹੱਕ 'ਚ ਆਉਂਦਾ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਫਿਰ ਇਹ ਬਦਲਾਅ ਜ਼ਿਆਦਾ ਹੋਣ, ਕਿਉਂਕਿ ਫਿਰ ਜਿਹੜੀ ਪਾਵਰਫੁਲ, ਜਿਹੜਾ ਸੈਂਟਰ ਪਾਵਰ ਹੈ ਉਹ ਪਾਵਰਫੁਲ ਹੋ ਜਾਏਗਾ ਹੋਰ। ਇਸ ਟਾਈਮ ਹਜੇ ਮੈਨੂੰ ਲੱਗਦਾ ਕਿ ਸੈਂਟਰ ਵੀ ਉਹਨਾਂ ਪਾਵਰਫੁਲ ਹੈ ਨਹੀਂ ਕਾਂਗਰਸ ਦਾ, ਜਿੰਨਾ ਕੁ ਲੋੜ ਹੁੰਦੀ ਹੈ ਸਟੇਟਾਂ ਨੂੰ ਚਲਾਉਣ ਵਾਸਤੇ। ਇਹ ਇਸ ਕਰਕੇ ਮੈਨੂੰ ਲੱਗਦਾ ਜਿਹੜੀ ਤੁਹਾਡੀ ਗੱਲ ਹੈਗੀ ਹੈ ਉਹ ਠੀਕ ਹੈ, ਆਪਣੇ ਆਪਣੇ ਤੌਰ ਤੇ ਆਪਣੀ 20 ਪੈਸੇ 25 ਪੈਸੇ ਪੋਲਿਟਿਕਸ ਇਹ ਪਾਉਂਦੇ ਰਹਿੰਦੇ ਹੋਣੇ, ਚਾਹੇ ਨਵਜੋਤ ਸਿੱਧੂ ਇੱਕ ਅੱਧ ਬਿਆਨ ਛੱਡ ਕੇ ਪਾ ਦੇਣ, ਚਾਹੇ ਰਵਨੀਤ ਬਿੱਟੂ ਇੱਕ ਅੱਧ ਕਿਸੇ ਦਾ ਵਿਰੋਧ ਕਰਕੇ ਪਾ ਦੇਣ, ਪਰ ਜਿਹੜੀ ਅਸਲੀ ਹੈ ਉਹ ਤਾਂ ਰਾਜਾ ਵੜਿੰਗ ਤੇ ਹੀ ਟੇਕ ਰੱਖਣੀ ਪਊਗੀ, ਕਿਉਂਕਿ ਉਹ ਯੰਗਸਟਰ ਤਾਂ ਹੈ ਹੀ ਨੇ ਨਾ ਜੀ, ਉਹਨਾਂ 'ਚ એનર્ਜੀ ਤਾਂ ਹੈ ਹੀ ਹੈ, ਭੱਜ ਨੱਠ ਕਰ ਸਕਦੇ ਆ, ਇਹ ਚੀਜ਼ਾਂ 'ਚ ਤਾਂ ਉਹ ਠੀਕ ਨੇ। ਔਰ ਪ੍ਰਤਾਪ ਸਿੰਘ ਬਾਜਵਾ ਕੋਲੇ ਐਕਸਪੀਰੀਅੰਸ ਹੈ, ਮਤਲਬ ਮੈਨੂੰ ਲੱਗਦਾ ਕਿ ਇਸ ਟਾਈਮ ਤਾਂ ਹਜੇ ਤੱਕ ਜਿਹੜੀ ਇੱਕ ਜੋੜੀ ਜੀ ਹੈ ਉਹ ਬਹੁਤ ਅੱਛੀ ਬਣੀ ਹੋਈ ਹੈ, ਟੀਮ ਤਾਂ ਅੱਛੀ ਹੈ। ਇਹ ਕਿੰਨਾ ਕੁ ਅੱਗੇ ਜਾ ਕੇ ਅੱਛਾ ਵਰਕ ਕਰਦੀ ਹੈ ਇਸ ਤੇ ਡਿਪੈਂਡ ਕਰੇਗਾ। ਦੂਜੀ ਗੱਲ ਜਿਹੜੀ ਤੁਸੀਂ ਸਮਿਟ ਇਹਦੇ ਇੰਡਸਟਰੀਅਲ ਮਿਲਣੀ ਦੀ ਕੀਤੀ ਹੈ, ਮੈਂ ਇਸ ਗੱਲ ਤੋਂ ਸੰਤੁਸ਼ਟੀ ਹੈ ਮੇਰੀ ਕਿ ਭਗਵੰਤ ਮਾਨ ਹੋਰਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਇੰਡਸਟਰੀ ਹੈਗੀ ਹੈ ਉਹਨਾਂ ਦੇ ਵੀ ਕੁਝ ਆਪਣੇ ਦਿੱਕਤਾਂ ਹੈਗੀਆਂ ਨੇ, ਉਹਨਾਂ ਨੂੰ ਸਮਝਣ ਦਾ ਯਤਨ ਕਰੀਏ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਇਹ ਸਾਰੇ ਸਾਡੇ ਇੰਡਸਟਰੀਅਲ ਟਾਊਨ ਨੇ, ਉਹਨਾਂ ਦੇ ਲੋਕਾਂ ਨੂੰ ਬੁਲਾ ਕੇ ਗੱਲ ਕਰਨੀ। ਪਰ
ਜਿਹੜੀ ਗੱਲ ਤੁਸੀਂ ਉਠਾਈ ਜਾਂ ਜਿਹੜਾ ਨੁਕਤਾ ਹੈਗਾ ਉਹ ਕੱਲ ਉਹਦੇ ਵਿੱਚ ਵੀ ਉੱਠਿਆ ਸੀਗਾ। ਮਤਲਬ ਇਹ ਨਹੀਂ ਕਿ ਉਹ ਅੰਮ੍ਰਿਤਸਰ ਜਦੋਂ ਮਿਲੇ ਸੀ ਤਾਂ ਅੰਮ੍ਰਿਤਸਰ 'ਚ ਬਾਸਮਤੀ ਦੇ ਜਿਹੜੇ ਐਕਸਪੋਰਟਰ ਨੇ ਉੱਥੇ ਵੀ ਭਗਵੰਤ ਮਾਨ ਹੋਰਾਂ ਨੂੰ ਜਾਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਿਲੇ ਸੀ ਕਿ ਇਹ ਇਸ਼ੂ ਉਠਾਓ। ਦੇਖੋ 23 ਅਗਸਤ ਦਾ ਮਤਲਬ ਇਹ ਫੈਸਲਾ ਹੋਇਆ ਕਿ $1200 ਤੋਂ ਘੱਟ ਅਗਰ ਬਾਸਮਤੀ ਦਾ ਰੇਟ ਤੁਹਾਨੂੰ ਕੋਈ ਦੇ ਰਿਹਾ ਤਾਂ ਤੁਸੀਂ ਉਹ ਆਰਡਰ ਨਹੀਂ ਭੇਜੋਗੇ ਬਾਹਰ। 1200 ਉੱਪਰ ਦਾ ਕੋਈ ਹੈਗਾ ਤਾਂ ਤੁਸੀਂ ਭੇਜੋ। ਮੈਂ ਇੱਕ ਅੰਕੜਾ ਗੈਦਰ ਕੀਤਾ ਹੈ, 73% ਬਾਸਮਤੀ ਇਦਾਂ ਦੀ ਆਪਣੀ ਐਕਸਪੋਰਟ ਹੁੰਦੀ ਹੈ ਜਿਹੜੀ ਦਾ ਰੇਟ 1200 ਤੋਂ ਥੱਲੇ ਰਹਿੰਦਾ। ਸਿਰਫ 26% ਹੈਗੀ ਹੈ ਜਿਹੜੀ 1200 ਤੋਂ 1500 ਦੇ ਵਿੱਚ ਚੱਲਦੀ ਹੈ, ਔਰ ਸਿਰਫ 2.60% ਬਹੁਤ ਮਾਮੂਲੀ ਯਾਨੀ ਇਦਾਂ ਦੀ ਹੈ, ਯਾਨੀ ਤੁਸੀਂ ਐ ਕਹ ਲਓ ਕਿ ਬਹੁਤ ਹੀ ਉੱਚ ਕੁਆਲਿਟੀ ਦੀ ਹੋਏਗੀ ਇਹ ਜਿਹੜੀ 2.60% ਹੈ ਜਿਹੜੀ $1500 ਤੋਂ ਵੀ ਉੱਪਰ ਜਾਂਦੀ ਹੈ। ਸੋ ਇਹ ਜਿਹੜਾ ਫੈਸਲਾ ਲਿਆ ਗਿਆ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਫੈਸਲਾ ਲਿਆ, ਮੈਂ ਕੱਲ ਇਹਨਾਂ ਦੀ ਇੱਕ ਸਾਈਟ ਹੈਗੀ ਹੈ ਅਪੇਡਾ ਵਾਲਿਆਂ ਦੀ, ਮੈਂ ਉਹ ਚੈੱਕ ਕਰ ਰਿਹਾ ਸੀਗਾ ਤਾਂ ਉੱਥੋਂ ਮੈਨੂੰ ਪਤਾ ਲੱਗਿਆ ਕਿ ਟੋਟਲ 32,536 ਕਰੋੜ ਦਾ ਬਾਸਮਤੀ ਜਿਹੜਾ ਉਹ ਇੰਡੀਆ ਨੇ ਐਕਸਪੋਰਟ ਕੀਤਾ ਹੈ। ਯਾਨੀ ਇੰਡੀਆ ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਬਾਸਮਤੀ ਦਾ ਐਕਸਪੋਰਟਰ ਹੈ। ਪਰ ਔਰ ਉਸ ਚੋਂ 40% ਹਿੱਸਾ ਜਿਹੜਾ ਹੁੰਦਾ ਹੈ ਉਹ ਕੱਲਾ ਪੰਜਾਬ ਦਾ ਹੈ। ਯਾਨੀ ਐਂਟਾਇਰ ਕੰਟਰੀ 60% ਕੰਟਰੀਬਿਊਟ ਕਰਦਾ ਹੈ, ਕੱਲਾ ਪੰਜਾਬ ਜਿਹੜਾ ਹੈ ਉਹ 40% ਐਕਸਪੋਰਟ ਕਰਦਾ ਹੈ। ਵੱਡੀਆਂ ਕੰਪਨੀਆਂ ਤੁਸੀਂ ਨਾਮ ਲਓ ਜਿਹੜੀਆਂ ਬਾਸਮਤੀ ਦੀਆਂ ਹੈਗੀਆਂ ਨੇ, ਤੁਹਾਡੇ ਅੰਮ੍ਰਿਤਸਰ ਬੈਠੀਆਂ ਲਾਲ ਕਿਲਾ, ਇੰਡੀਆ ਗੇਟ, ਦਾਵਤ, ਕਿੰਨੇ ਇਸ ਤਰ੍ਹਾਂ ਦੇ ਬ੍ਰਾਂਡ ਨੇ ਜੇ ਵਰਲਡ ਨੋਨ ਨੇ। ਜਿਹੜਾ ਸਭ ਤੋਂ ਵੱਡਾ ਐਕਸਪੋਰਟਰ ਹੈ 7000 ਕਰੋੜ ਦੀ ਜਿਹੜੀ ਕੱਲੀ ਦੀ ਐਕਸਪੋਰਟ ਹੈ ਉਹ ਵੀ ਅੰਮ੍ਰਿਤਸਰ ਬੈਠਾ ਹੈ। ਤੁਸੀਂ ਦੇਖੋ, ਔਰ ਜਿਹੜੀ ਫੂਡ ਫੈਸਟੀਵਲ ਹੋਇਆ ਹੈ ਇਸਤਾਨਬੁਲ ਦੇ ਵਿੱਚ, ਉਹਦੇ ਵਿੱਚ ਸਾਨੂੰ ਇੱਕ ਵੀ ਆਰਡਰ ਨਹੀਂ ਮਿਲਿਆ, ਇੱਕ ਵੀ ਆਰਡਰ ਨਹੀਂ ਮਿਲਿਆ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਅਸੀਂ ਕੀ ਕਰਾਂਗੇ। ਤਾਂ ਜਦੋਂ ਸਿਚੁਏਸ਼ਨ ਇਦਾਂ ਦੀ ਆ ਗਈ ਸੀ ਤਾਂ ਮੈਨੂੰ ਲੱਗਦਾ ਕਿ ਚੀਫ ਮਿਨਿਸਟਰ ਨੂੰ ਤਾਂ ਇਸ ਤਰ੍ਹਾਂ ਦੀ ਜਿਹੜੀ ਮਿਲਣੀਆਂ ਨੇ ਉਹ ਛੱਡ ਕੇ ਤੁਰੰਤ ਗਵਰਨਮੈਂਟ ਆਫ ਇੰਡੀਆ ਕੋਲੇ ਪਹੁੰਚ ਕਰਨੀ ਚਾਹੀਦੀ ਸੀ, ਔਰ ਨਾਲ ਹਰਿਆਣਾ ਦਾ ਚੀਫ ਮਿਨਿਸਟਰ ਨੂੰ ਵੀ ਲੈ ਕੇ ਜਾਣਾ ਚਾਹੀਦਾ ਸੀ, ਕਿਉਂਕਿ ਇਕੱਲਾ ਪੰਜਾਬ ਨਹੀਂ ਹੈ, ਪੰਜਾਬ, ਹਰਿਆਣਾ, ਉੱਤਰਾਖੰਡ ਔਰ ਯੂਪੀ ਦਾ ਵੈਸਟਰਨ ਜਿਹੜਾ ਏਰੀਆ ਹੈਗਾ, ਵੈਸਟਰਨ ਯੂਪੀ ਹੈ, ਇਹਦੇ ਸਾਰੇ ਬੰਦਿਆਂ ਨੂੰ ਲੈ ਕੇ ਉੱਥੇ ਇੱਕ ਦਬਾਅ ਬਣਾਉਣਾ ਚਾਹੀਦਾ ਸੀ ਵੀ ਅਗਰ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਲਓਗੇ ਤਾਂ ਇਹ ਸਾਰਾ ਜਿਹੜੀ ਸਾਡੀ ਐਕਸਪੋਰਟ ਮਾਰਕੀਟ ਹੈ, ਵੱਡੀ ਐਕਸਪੋਰਟ ਮਾਰਕੀਟ ਹੈ, ਸਿੱਧੀ ਪਾਕਿਸਤਾਨ ਕੋਲੇ ਚਲੀ ਜਾਏਗੀ। ਇਹ ਉਹਨਾਂ ਨੂੰ ਅਸੀਂ ਬੈਠੇ ਬਿਠਾਏ ਅਸੀਂ ਵੱਡੇ ਆਰਡਰ ਪਾਕਿਸਤਾਨ ਨੂੰ ਐਤਕੀ ਮਿਲ ਗਏ ਹੈ ਸਾਡੇ ਸਿਰਫ ਇੱਕ ਫੈਸਲੇ ਕਰਕੇ। ਸੋ ਮੈਨੂੰ ਲੱਗਦਾ ਕਿ ਠੀਕ ਹੈ ਇਹ ਜਿਹੜੀਆਂ ਮਿਲਣੀਆਂ ਇੰਦਰਪ੍ਰੀਤ ਜੀ, ਜਿਸ ਦਿਨ ਅੰਮ੍ਰਿਤਸਰ ਦੇ ਵਿੱਚ ਇਹ ਮਿਲਣੀ ਸੀ ਸਨਅਤਕਾਰਾਂ ਨਾਲ, ਉਸ ਦਿਨ ਸ਼ਾਮ ਨੂੰ ਬਜਾਏ ਕਿ ਇਹ ਹੋਟਲ 'ਚ ਜਾਂ ਕਿਸੇ ਜਗ੍ਹਾ ਤੇ ਪੋਲੀਟੀਕਲ ਸਰਗਰਮੀਆਂ ਕਰਦੇ ਜਾਂ ਕਿਤੇ ਆਰਾਮ ਫਰਮਾਉਂਦੇ, ਇਹਨਾਂ ਨੂੰ ਆਪਣਾ ਚੌਪਰ ਲੈ ਕੇ ਪ੍ਰਧਾਨ ਮੰਤਰੀ ਦੇ ਦਰਵਾਜ਼ੇ ਨੂੰ ਨੌਕ ਕਰਨਾ ਚਾਹੀਦਾ ਸੀ, ਕਿਉਂਕਿ ਐਮਰਜੈਂਸੀ ਸਥਿਤੀ ਸੀਗੀ। ਘੱਟੋ ਘੱਟ ਜੇ ਨਾ ਪ੍ਰਧਾਨ ਮੰਤਰੀ ਮਿਲਦੇ, ਲੋਕਾਂ ਨੂੰ ਪਤਾ ਤਾਂ ਲੱਗਦਾ ਸਾਡੇ ਮੁੱਖ ਮੰਤਰੀ ਲੜ ਰਹੇ ਆ, ਨੈਸ਼ਨਲ ਲੈਵਲ ਤੇ ਖਬਰ ਤੇ ਬਣਦੀ ਕਿ ਅੱਧੀ ਰਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਦਰਵਾਜ਼ੇ ਦੇ ਬਾਹਰ ਕਿਉਂ ਖੜੇ ਨੇ। ਘੱਟੋ ਘੱਟ ਉਹ ਮੀਡੀਆ ਨੂੰ ਹੀ ਉੱਥੇ ਕਹਿ ਆਉਂਦੇ, ਪ੍ਰਧਾਨ ਮੰਤਰੀ ਜੀ ਮੈਂ ਰਾਤ ਨੂੰ ਆਇਆ, ਤੁਹਾਡਾ ਪ੍ਰੋਟੋਕਾਲ ਹੋਊ, ਮੈਨੂੰ ਤੁਸੀਂ ਨਹੀਂ ਮਿਲ ਸਕੇ, ਕੋਈ ਗੱਲ ਨਹੀਂ, ਸਾਡਾ ਆ ਮਸਲਾ ਸਾਡਾ ਹੱਲ ਕਰ ਦਿਓ। ਇਹੀ ਤਾਂ ਸਿਆਸੀ ਟੈਕਟਿਕਸ ਹੁੰਦੇ ਨੇ। ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੌਜਵਾਨ ਖੂਨ ਨੇ ਔਰ ਵਿਰੋਧੀ ਰਾਜਨੀਤੀ ਚੋਂ ਆਏ ਨੇ, ਉਹ ਵਿਅੰਗ ਵੀ ਵਿਰੋਧ ਚ ਕਰਦੇ ਰਹੇ ਨੇ, ਉਹ ਸਰਕਾਰਾਂ ਦੇ ਖਿਲਾਫ ਭੁਗਤਦੇ ਰਹੇ ਨੇ, ਅੱਜ ਵੀ ਉਹ ਵਿਰੋਧੀ ਧਿਰ ਦੀ ਭੂਮਿਕਾ ਵਰਗੀਆਂ ਸਪੀਚਾਂ ਕਰਦੇ ਨੇ। ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਦੇ ਮੁੱਖ ਮੰਤਰੀ ਦੇ ਰੋਲ ਵਿੱਚ ਵੀ ਆ ਜਾਣਾ ਚਾਹੀਦਾ। ਕੀ ਕਹਿੰਦੇ ਰੰਧਾਵਾ ਸਾਹਿਬ, ਮੈਂ ਤੁਹਾਨੂੰ ਇੱਕ ਯਾਦ ਕਰਾਵਾਂ, ਇਹੀ ਜਿਹੜੀ ਗੱਲ ਤੁਸੀਂ ਹੁਣ ਕੀਤੀ ਹੈ, ਇਸੇ ਗੱਲ ਨੂੰ ਮੈਂ ਥੋੜਾ ਜਿਹਾ ਅੱਗੇ ਵਧਾ ਰਿਹਾ। ਸੇਮ ਹੀ ਇਸ ਤਰ੍ਹਾਂ ਦੀ ਸਿਚੁਏਸ਼ਨ ਇੱਕ ਵਾਰੀ ਚੀਨੀ ਦੇ ਮਾਮਲੇ ਦੇ ਵਿੱਚ ਵੀ ਆ ਗਈ। ਸਾਡੀਆਂ ਸਾਰੀਆਂ ਮਿੱਲਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਦੇ ਗੋਦਾਮ ਜਿਹੜੇ ਹੈ ਉਹ ਚੀਨੀ ਨਾਲ ਭਰੇ ਪਏ ਸੀ ਤੇ ਗਵਰਨਮੈਂਟ ਆਫ ਇੰਡੀਆ ਸਾਨੂੰ ਇਹਨੂੰ ਵੇਚਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅਟਲ ਬਿਹਾਰੀ ਵਾਜਪੇਈ ਦੇ ਘਰ ਦੇ ਬਾਹਰ ਧਰਨਾ ਲਗਾਇਆ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਮੌਕਾ ਹੈ। ਇਹ ਪੋਲੀਟੀਕਲ ਵੀ ਇਹਨੂੰ ਗੇਨ ਕੀਤਾ ਜਾਂਦਾ, ਪੋਲੀਟੀਕਲ ਗੇਨ ਵੀ ਲਿਆ ਜਾਂਦਾ ਹੈ, ਪਰ ਮੈਂ ਉਹਨੂੰ ਅਗਰ ਇੱਕ ਸਾਈਡ ਤੇ ਵੀ ਰੱਖਦਾ ਤਾਂ ਵੀ ਪੰਜਾਬ ਤੇ ਹਰਿਆਣਾ ਦਾ ਤਾਂ ਇਹ ਇੱਕ ਬਹੁਤ ਵੱਡਾ ਇਸ਼ੂ ਹੈ, ਕਿਉਂਕਿ ਸਾਰੀ ਐਕਸਪੋਰਟ ਇੱਥੋਂ ਹੋ ਰਹੀ ਹੈ ਔਰ ਅਸੀਂ ਇੱਕ ਪਾਸੇ ਗਵਰਨਮੈਂਟ ਆਫ ਇੰਡੀਆ ਖੁਦ ਇਹੋ ਜਿਹੇ ਤਰੀਕੇ ਅਪਣਾ ਰਹੀ ਹੈ ਵੀ ਅਸੀਂ ਮੈਕਸਿਮਮ ਐਕਸਪੋਰਟ ਨੂੰ ਵਧਾਈਏ ਤਾਂ ਕਿ ਜਿਹੜਾ ਸਾਡਾ ਰੁਪਇਆ ਹੈ ਉਹ ਡਾਲਰ ਦੇ ਮੁਕਾਬਲੇ 'ਚ ਮਜ਼ਬੂਤ ਹੋਵੇ। ਪਰ ਦੂਜੇ ਪਾਸੇ ਅਸੀਂ ਇਸ ਕਿਸਮ ਦੇ ਜਿਹੜੇ ਫੈਸਲੇ ਲੈ ਰਹੇ ਹਾਂ, ਮੈਨੂੰ ਲੱਗਦਾ ਕਿ ਉਹ ਬਿਲਕੁਲ ਯੂ ਟਰਨ ਨੇ, ਬਿਲਕੁਲ ਉਲਟਾ ਨੇ, ਵਿਰੋਧਾਭਾਸੀ ਨੇ। ਇਸ ਕਰਕੇ ਮੁੱਖ ਮੰਤਰੀ ਕੋਲ ਇੱਕ ਬਹੁਤ ਵੱਡਾ ਮੌਕਾ ਹੈ ਔਰ ਉਹਨਾਂ ਨੂੰ ਜਾ ਕੇ ਅੱਜ ਹੀ
ਉੱਥੇ ਬਹਿ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਕਿ ਇਹ ਮੇਰਾ ਮਸਲਾ ਅੱਜ ਹੀ ਹੱਲ ਕਰੋ, ਮੈਂ ਇਸ ਤੋਂ ਬਿਨਾਂ ਬਾਹਰ ਜਾਣਾ ਨਹੀਂ। ਕੱਲੇ ਮੁੱਖ ਮੰਤਰੀ ਕਿਉਂ ਭਾਸਕਰ ਸਾਹਿਬ? ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਇਲੈਕਸ਼ਨ ਨਹੀਂ ਲੜਨੀ। ਇਹਦੇ ਦਿਓ ਕਦ ਆਗੂ ਕਿਸ ਦਿਨ ਕੰਮ ਆਉਣਗੇ? ਕੀ ਉਹ ਸਿਰਫ ਭਾਸ਼ਣ ਦੇਣ ਲਈ ਹੈ? ਕੀ ਉਹ ਸਰਕਾਰਾਂ ਦਾ ਵਿਰੋਧ ਕਰਨ ਲਈ ਹੈ? ਜਾਖੜ ਸਾਹਿਬ ਨੂੰ ਇਹ ਤਾਂ ਦਿਸਦਾ ਹੈ ਕਿ ਤੁਸੀਂ ਨਵੀਆਂ ਚੌਂਕੀਆਂ, ਨਵੇਂ ਥਾਣੇ ਬਣਾਉਣੇ ਆ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਬੜੀ ਮਾੜੀ ਆ। ਤੁਸੀਂ ਆਪ ਹੀ ਮੰਨ ਲਿਆ ਕਿ ਅਮਨ ਕਾਨੂੰਨ ਦੀ ਸਥਿਤੀ ਬੜੀ ਮਾੜੀ ਆ, ਅਸੀਂ ਇੰਡਸਟਰੀਅਲ ਏਰੀਆਜ਼ ਦੇ ਵਿੱਚ ਨਵੇਂ ਥਾਣੇ ਬਣਾ ਦੇਵਾਂਗੇ। ਪਰ ਤੁਹਾਨੂੰ ਇਹ ਵੀ ਤਾਂ ਨਜ਼ਰ ਆਉਣਾ ਚਾਹੀਦਾ ਜਾਖੜ ਸਾਹਿਬ ਕਿ ਪੰਜਾਬ ਦਾ ਕਿਸਾਨ ਜਿਸ ਪਿੱਚ ਤੇ, ਜਿਸ ਧਰਾਤਲ ਤੇ ਖੜਾ ਹੈ ਉਹ ਖੁਰ ਰਹੀ ਹੈ, ਤੇ ਤੁਹਾਡੇ ਆਪਣੇ ਨੇ ਤੁਹਾਨੂੰ ਤਾਂ ਮਿਲਣ ਲਈ ਵੀ ਸਮਾਂ ਦੇ ਦੇਣਗੇ। ਆਪਣੀ ਸਾਰੀ ਲੀਡਰਸ਼ਿਪ ਨੂੰ ਲੈ ਕੇ ਤੁਸੀਂ ਮਿਲ ਲਓ ਜਾ ਕੇ ਖੇਤੀ ਮੰਤਰੀ ਨੂੰ, ਐਕਸਪੋਰਟ ਵਾਲੇ ਨੂੰ, ਜਾਂ ਬਾਕੀ ਜਿਹੜਾ ਵੀ ਹੋਊਗਾ। ਤੇ ਮੈਂ ਇਹ ਵੀ ਫਿਰ ਕਹਿਣਾ ਚਾਹੁੰਦਾ ਕਿ ਪ੍ਰਤਾਪ ਸਿੰਘ ਬਾਜਵਾ ਉੱਥੇ ਤੇ ਚੱਲੇ ਆ, ਆਪਣੇ ਸਾਰੇ ਐਮਐਲਏਜ਼ ਨੂੰ ਲੈ ਕੇ ਉਹ ਵੀ ਕਿਉਂ ਨਹੀਂ ਜਾਂਦੇ ਜਾ ਕੇ ਕੇਂਦਰ ਦੇ ਖਿਲਾਫ ਧਰਨਾ ਦਿੰਦੇ? ਬਈ ਕੇਂਦਰ ਨੂੰ ਯਾਦ ਤਾਂ ਕਰਾਓ, ਨੌਕ ਕਰੋ। ਮਰ ਚੱਲੇ ਅਸੀਂ, ਪਹਿਲਾਂ ਹੜ੍ਹਾਂ ਨੇ ਡੋਬਤੇ, ਉਹ ਦਰਿਆ, ਉਹ ਪਾਣੀ ਜਿਹੜੇ ਕਹਿੰਦੇ ਸੀ ਤੁਹਾਡੇ ਥੋੜੀ ਨੇ। ਰਿਪੇਰੀਅਨ ਸਿਧਾਂਤ ਨੂੰ ਮੰਨਦੇ ਨਹੀਂ ਸੀ ਤੁਸੀਂ, ਜਦੋਂ ਸਾਨੂੰ ਡੋਬਤਾ ਉਦੋਂ ਗੱਲ ਹੀ ਕਿਸੇ ਨੇ ਨਹੀਂ ਕੀਤੀ। ਹਰਿਆਣਾ ਕਹਿੰਦਾ ਸੀ ਹੋਰ ਨਾ ਭੇਜੋ, ਰਾਜਸਥਾਨ ਕਹਿੰਦਾ ਹੋਰ ਨਾ ਭੇਜੋ, ਪਾਕਿਸਤਾਨ ਵਾਲਿਆਂ ਵੀ ਫਲੱਡ ਗੇਟ ਬੰਦ ਕਰਤੇ ਬਾਅਦ ਚ, ਅਖੀਰ ਚ ਮਰਿਆ ਤੇ ਪੰਜਾਬ। ਉੱਥੇ ਵੀ ਤੁਸੀਂ ਚੁੱਪ। ਤੁਹਾਡੀ ਰਾਜਧਾਨੀ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਰਚਾ 'ਚ ਆ ਜਾਂਦਾ, ਜਦੋਂ ਧਾਰਾ 370 ਦਾ ਮਾਮਲਾ ਸੀ, ਯੂਟੀ ਬਣਾਉਣ ਦਾ ਮਾਮਲਾ ਸੀ। ਸੰਵਿਧਾਨਕ ਬੈਂਚ ਇਹ ਗੱਲ ਉਹਦੇ 'ਚ ਕਰ ਦਿੰਦਾ ਹੈ ਕਿ ਅਜੇ ਤੱਕ ਤੁਹਾਡਾ ਚੰਡੀਗੜ੍ਹ 66 ਤੋਂ ਬਾਅਦ ਯੂਟੀ ਬਣਿਆ ਹੁੰਦਾ, ਇਹ ਤੁਹਾਡੇ ਟੈਂਪਰੇਰੀ ਅਰੇਂਜਮੈਂਟ ਕਦੇ ਵੀ ਪਰਮਾਨੈਂਟ ਕਿਉਂ ਨਹੀਂ ਹੁੰਦੇ? ਤੁਹਾਡੇ ਮੁੜ ਕੇ ਫੈਸਲੇ ਕਿਉਂ ਨਹੀਂ ਹੁੰਦੇ? ਉਹਦੇ ਉੱਤੇ ਤੁਹਾਡੀ ਜ਼ੁਬਾਨ ਨਹੀਂ ਖੁੱਲੀ ਕਿਸੇ ਦੀ। ਤੇ ਬਾਸਮਤੀ ਵਾਲਾ ਮਾਮਲਾ ਵੀ 5-7 ਬੰਦਿਆਂ ਬਾਅਦ ਠੰਡਾ ਹੋ ਜਾਣਾ, ਜਿਹੜੇ ਆਰਡਰ ਹੋਣੇ ਸੀ ਹੋ ਗਏ। ਖੈਰ, ਮੈਂ ਭਾਸਕਰ ਸਾਹਿਬ ਇਹ ਲੋਕ ਫਿਰ ਕਿੱਥੇ ਨੇ? ਸਿਰਫ ਮਲਾਈ ਖਾਣ ਲਈ ਨੇ। ਸਾਰੇ ਪੰਜਾਬ ਦੇ ਪੋਲੀਟੀਸ਼ੀਅਨ ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ, ਇਹਨਾਂ ਨੂੰ ਇਸ ਮੁੱਦੇ ਦੇ ਉੱਤੇ ਖੜਨਾ ਚਾਹੀਦਾ ਹੈ। ਔਰ ਇਹ ਮੁੱਦਾ ਵੀ ਕਦੋਂ ਆਇਆ? ਜਦ ਸਨਅਤਕਾਰਾਂ ਨਾਲ ਸੁਪਰੀਮੋ ਤੇ ਸਾਡੇ ਮੁੱਖ ਮੰਤਰੀ ਮਿਲ ਰਹੇ ਨੇ। ਹੁਣ ਲਓ, ਉਸ ਗੱਲ ਮਿਲਣੀ ਦੀ ਵੀ ਕਰ ਲਓ। ਕੱਲ ਬਹੁਤ ਸਾਰੀ ਗੱਲਾਂ, ਕਿਉਂਕਿ ਜਲੰਧਰ ਦੇ ਵਿੱਚ ਵੀ ਮਿਲਣੀ ਸੀਗੀ, ਮਿਲਣੀ ਤੋਂ ਪਹਿਲੇ ਜਿਹੜੇ ਇੰਡਸਟਰੀਲਿਸਟ ਉਸ ਮਿਲਣੀ ਦੇ ਵਿੱਚ ਜਾਣੇ ਸੀਗੇ, ਉਹਨਾਂ ਨੂੰ ਬਕਾਇਦਾ ਕਲਾਸ ਲਿੱਤੀ ਗਈ ਉਹਨਾਂ ਦੀ ਵੀ ਕਿਹੜੇ ਸਵਾਲ ਪੁੱਛਣੇ ਆ। ਔਰ ਅਫਸਰਾਂ ਦੀ ਡਿਊਟੀ ਲਾਈ ਗਈ ਕਿ ਜਿਹੜੇ ਵੀ ਇੰਡਸਟਰੀਲਿਸਟ ਨੇ ਜਿਹੜਾ ਸਵਾਲ ਪੁੱਛਣਾ ਉਹ ਲਿਖ ਕੇ ਦੇ। ਔਰ ਜੇ ਉਸ ਤੋਂ ਕੋਈ ਸਵਾਲ ਗਲਤ ਪੁੱਛੇਗਾ, ਔਰ ਹਰ ਸਿਟੀ ਦੇ ਵਿੱਚ ਕੁਝ ਇੰਡਸਟਰੀਲਿਸਟ ਹੁੰਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕੁਰਾਪਾਤੀ, ਯਾਨੀ ਸਰਕਾਰ ਨੂੰ ਸਵਾਲ ਕਰਦੇ ਨੇ, ਤੇ ਉਹਨਾਂ ਇੰਡਸਟਰੀਲਿਸਟ ਦੇ ਨਾਲ ਅਫਸਰਾਂ ਦੀ ਚੇਚੇ ਤੌਰ ਤੇ ਡਿਊਟੀ ਲਾਈ ਗਈ ਕਿ ਜਿੱਦਾਂ ਹੀ ਇਹ ਮੂੰਹ ਖੋਲਦੇ ਨੇ, ਕੋਈ ਸਵਾਲ ਔਖਾ ਪੁੱਛਦੇ ਨੇ, ਤੇ ਇਹਨਾਂ ਦੇ ਕੰਧੇ ਦੇ ਉੱਤੇ ਉਹ ਅਫਸਰ ਹੱਥ ਰੱਖ ਜਾਏਗਾ ਔਰ ਕਹਿ ਦੇਗਾ ਕਿ ਜਨਾਬ, ਜਿੱਦਾਂ ਹੁੰਦਾ ਨਹੀਂ ਕਈ ਵਾਰ ਤੁਸੀਂ ਬਾਰ ਵਗੈਰਾ ਜਾਓ ਤੇ ਤੁਹਾਡੇ ਕੰਧੇ ਦੇ ਵਿੱਚ ਇੱਕ ਬਾਉਂਸਰ ਜਿਹਾ ਹੱਥ ਰੱਖ ਜਾਂਦਾ ਹੈ, ਉਦਾਂ ਦਾ ਅਰੇਂਜਮੈਂਟ ਇਸ ਮਿਲਣੀ ਦੇ ਵਿੱਚ ਸੀਗਾ। ਪਰ ਇਹ ਸਾਰੀ ਗੱਲਾਂ ਦੇ ਬਾਵਜੂਦ ਵੀ ਜਿਨ੍ਹਾਂ ਮੁੱਦਿਆਂ ਦੇ ਉੱਤੇ ਖੜਨਾ ਚਾਹੀਦਾ ਉੱਥੇ ਤੇ ਖੜੇ ਨਹੀਂ। ਔਰ ਉਹਨਾਂ ਮਿਲਣੀ ਦੇ ਵਿੱਚ ਪੱਤਰਕਾਰਾਂ ਨੂੰ ਕਿਉਂ ਨਹੀਂ ਅਲਾਉ ਕੀਤਾ? ਜਦ ਤੁਸੀਂ ਇੰਡਸਟਰੀਜ਼ ਦੀ ਸਮੱਸਿਆਵਾਂ ਨੂੰ ਸੁਣ ਰਹੇ ਹੋ ਤੇ ਇਹਦੇ ਵਿੱਚ ਮੀਡੀਆ ਨੂੰ ਜਾਣਨ ਦਾ ਤੇ ਹੱਕ ਹੈਗਾ ਕਿ ਇੰਡਸਟਰੀਜ਼ ਦੀ ਸਮੱਸਿਆਵਾਂ ਹੈ ਕੀ। ਔਰ ਜਿਹੜੀ ਸਮੱਸਿਆ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਹੈ ਤੇ ਸਭ ਤੋਂ ਵੱਡੀ, ਤੇ ਹੁਣੇ ਸਭ ਤੋਂ ਵੱਡੀ ਪੈਦਾ ਹੋਈ ਸਮੱਸਿਆ ਹੈਗੀ ਹੈ। ਇਸ ਮੁੱਦੇ ਦੇ ਉੱਤੇ ਉਹਨਾਂ ਮਿਲਣੀ ਦੇ ਵਿੱਚ ਗੱਲ ਨਾ ਹੋਣਾ, ਇਹ ਵੀ ਆਪਣੇ ਆਪ ਵਿੱਚ ਇੰਡੀਕੇਸ਼ਨ ਹੈਗਾ ਸਾਰਾ ਕੁਝ ਪਲਾਨਡ ਸੀਗਾ ਔਰ ਇੱਕ ਤਰੀਕੇ ਨਾਲ ਈਵੈਂਟ ਬਣਾਇਆ ਗਿਆ। ਕਿਉਂਕਿ ਇਹ ਗੱਲ ਈਵੈਂਟ ਬਣਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਬਾਰੇ ਚ ਕਹੀ ਜਾਂਦੀ ਹੈ, ਪਰ ਸਾਡੇ ਸੁਪਰੀਮੋ ਵੀ ਕਿਸੇ ਤੋਂ ਘੱਟ ਨਹੀਂ ਹੈਗੇ, ਤਾਂ ਹੀ ਇਹ ਮੋਦੀ ਸਾਹਿਬ ਨੂੰ ਚੈਲੰਜ ਕਰਦੇ ਨੇ ਔਰ ਹਰ ਈਵੈਂਟ ਨੂੰ ਈਵੈਂਟ ਦੇ ਤਰੀਕੇ ਨਾਲ ਹੀ ਡੀਲ ਕਰਦੇ ਨੇ। ਮੁੱਦੇ ਖਾਸ ਕਰਕੇ ਬਾਸਮਤੀ ਦੇ ਮੁੱਦੇ ਦੇ ਉੱਤੇ ਇਸ ਮਿਲਣੀ ਦੇ ਵਿੱਚ ਚਰਚਾ ਨਾ ਹੋਣਾ, ਇਹੀ ਆਪਣੇ ਆਪ ਵਿੱਚ ਇੱਕ ਐਵੀਡੈਂਸ ਹੈਗਾ ਕਿ ਸਭ ਕੁਝ ਤੇਜ਼ ਮੈਨੇਜ ਸੀਗਾ ਜੀ। ਵੈਸੇ ਭਾਸਕਰ ਸਾਹਿਬ ਨੇ ਗੱਲ ਹਾਸੇ ਠੱਠੇ ਚ ਕੀਤੀ ਆ, ਮੋਢੇ ਤੇ ਹੱਥ ਨਹੀਂ ਰੱਖੇ ਜਾਂਦੇ। ਵੈਸੇ ਹੀ ਕਿਸੇ ਇੰਡਸਟਰੀਲਿਸਟ ਨੂੰ ਇਹ ਕਹਿ ਦਿਓ ਕਿ ਤੂੰ ਬਾਹਰ ਨਹੀਂ ਜਾਣਾ, ਅਗਲੇ ਨੂੰ ਸਾਰੀ ਇੰਡਸਟਰੀ ਚੇਤੇ ਆਉਣ ਲੱਗ ਪੈਂਦੀ ਹੈ, ਉਹਨੂੰ ਸਾਰਾ ਆਪਣਾ ਤਾਮਝਾਮ ਚੇਤੇ ਆਉਣ ਲੱਗ ਪੈਂਦਾ ਹੈ ਵੀ ਮੈਂ ਜੇ ਬਾਹਰ ਗਿਆ ਤੇ ਬਾਅਦ ਦੇ ਵਿੱਚ ਮੇਰੀ ਖੈਰ ਕਿੱਥੋਂ ਆ। ਖੈਰ ਭਾਸਕਰ ਸਾਹਿਬ, ਉਹ ਤਾਂ ਤੁਹਾਡੇ ਮੇਰੇ ਵਰਗੇ ਹਿਮਾਤੜ ਆ ਜਿਨ੍ਹਾਂ ਕੋਲ ਕੁਝ ਗਵਾਉਣ ਲਈ ਨਹੀਂ ਹੁੰਦਾ, ਬੋਲ ਬਾਲ ਲੈਂਦੇ ਆ। ਜਿਨ੍ਹਾਂ ਕੋਲ ਵੱਡੀਆਂ ਸਲਤਨਤਾਂ ਨੇ ਉਹ ਕਿਤੇ ਚੂਮ ਹੀ ਕਰਦੇ ਆ, ਉੱਥੇ ਹੀ ਰਹਿੰਦੇ ਆ ਜਿੰਨੇ ਕੁ ਰੱਖੇ ਜਾਂਦੇ, ਤੇ ਸੱਦੇ ਹੀ ਹੋ ਜਾਂਦੇ ਪਹਿਲੀ ਗੱਲ ਤੇ, ਜਿਨ੍ਹਾਂ ਬਾਰੇ ਪਤਾ ਹੁੰਦਾ ਕਿ ਇਹ ਪੈੜ ਚੋਂ ਪੈਰ ਨਹੀਂ ਕੱਢਣ ਵਾਲੇ। ਇੰਦਰਪ੍ਰੀਤ ਜੀ, ਵੈਸੇ ਤਾਂ ਇਸ ਮਾਮਲੇ ਨੂੰ ਅਸੀਂ ਫਿਲਹਾਲ ਵਿਰਾਮ ਦਿੰਦੇ ਹਾਂ, ਸ਼ਾਇਦ ਪੋਲੀਟੀਕਲ ਰਜੀਮ ਇਹਦੇ ਤੇ ਨਜ਼ਰਸਾਨੀ ਕਰੇ। ਅਗਲਾ ਮੁੱਦਾ ਇਸ ਸਰਕਾਰ ਲਈ ਅਹਿਮ ਹੋਣਾ ਚਾਹੀਦਾ, ਕਿਉਂਕਿ ਇਹ ਸਰਕਾਰ ਵੀ ਇਸੇ ਹੀ ਸਲਿੱਪਰੀ ਧਰਾਤਲ ਤੇ ਖੜੀ ਹੈ। ਕੋਟਕਪੂਰਾ ਮਾਮਲੇ ਦੇ ਵਿੱਚ, ਗੋਲੀकांड ਦੇ ਮਾਮਲੇ 'ਚ, ਬੇਅਦਬੀਆਂ ਤੋਂ ਬਾਅਦ ਦਾ ਮਾਮਲਾ ਜਿਹੜਾ ਉਹਦੇ 'ਚ SIT ਨੇ ਚਲਾਨ ਪੇਸ਼ ਕੀਤਾ ਹੈ। ਗਵਰਨਮੈਂਟ ਨੂੰ ਇਹਨੂੰ ਸਪੀਡ ਅਪ ਕਰ ਦੇਣਾ ਚਾਹੀਦਾ। ਮੈਨੂੰ ਲੱਗਦਾ ਹੁਣ ਖੇਡ ਨਾ ਖੇਡੋ। ਕਈ ਮਾਮਲੇ ਐਸੇ ਹੁੰਦੇ ਆ ਜਿਹੜੇ ਪੋਲਿਟਿਕਸ ਕਰਨ ਲਈ ਨਹੀਂ ਹੁੰਦੇ, ਖੇਡਾਂ ਖੇਡਣ ਲਈ ਨਹੀਂ ਹੁੰਦੇ। ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਇੱਕ ਮੌਕੇ ਤੇ ਸਥਿਤੀ ਐਸੀ ਵੀ ਬਣੀ ਹੈ ਕਿ ਉਸ ਦਿਨ ਕੁਝ ਅਣਪਛਾਤਿਆਂ ਨੇ ਪੁਲਿਸ ਕੋਲੋਂ ਸਿਪਾਹੀਆਂ ਕੋਲੋਂ SLR ਖੋਹ ਲਈ।
ਮੈਂ ਅਜੇ ਤੱਕ ਇਸ ਨਵੇਂ ਕੋਣ ਨੂੰ ਨਹੀਂ ਸੀ ਸਮਝ ਸਕਿਆ। ਇਹ ਕੀ ਹੈ ਮਾਮਲਾ ਸਾਰਾ? ਰੰਧਾਵਾ ਸਾਹਿਬ, ਜਿਹੜਾ ਕੋਟਕਪੂਰਾ ਗੋਲੀकांड ਦੇ ਮਾਮਲੇ ਵਿੱਚ ਕੱਲ SIT ਨੇ ਇੱਕ ਹੋਰ ਚਲਾਨ ਪੇਸ਼ ਕੀਤਾ। ਉਹਦੀ ਇੱਕ ਰਿਪੋਰਟ ਜਿਹੜੀ ਸਪਲੀਮੈਂਟਰੀ ਚਲਾਨ ਹੈ, ਉਹਦੇ ਵਿੱਚ ਇੱਕ ਜਿਹੜਾ ਇੱਕ ਪੁਆਇੰਟ ਆਇਆ ਉਹ ਇਹ ਹੈਗਾ ਕਿ ਜਿਹੜੇ ਅਜੀਤ ਸਿੰਘ, ਜਿਹੜਾ ਮੁਜ਼ਾਹਰਾਕਾਰੀ ਅਜੀਤ ਸਿੰਘ ਨੂੰ ਗੋਲੀ ਲੱਗੀ ਸੀ ਉਹਦੇ ਲੱਤ ਦੇ ਵਿੱਚ, ਉਹ ਮਤਲਬ ਪੁਲਿਸ ਵੱਲੋਂ ਨਹੀਂ ਚਲਾਈ ਗਈ, ਜਿਹੜੀ ਕਿ ਇਸ ਤੋਂ ਪਹਿਲਾਂ ਜਦੋਂ ਇਹ ਗੱਲ ਕਹੀ ਗਈ ਸੀ ਕਿ ਇਹ ਪੁਲਿਸ ਨੇ ਗੋਲੀ ਮਾਰੀ ਹੈ। ਜਿਹੜੀ ਪੁਲਿਸ ਨੇ ਫਾਇਰਿੰਗ ਕੀਤੀ ਹੈ ਉਸ ਟਾਈਮ ਉੱਤੇ, ਉਹਦੇ ਵਿੱਚ ਉਹ ਬੰਦਾ ਘਾਇਲ ਹੋਇਆ ਜਿਹਦੇ 'ਚ ਲੱਗੀ ਹੈ। ਤਾਂ ਪੁਲਿਸ ਨੇ ਕੱਲ ਜਿਹੜਾ ਇਹ SIT ਨੇ ਜਿਹੜਾ ਇੱਕ ਚਲਾਨ ਪੇਸ਼ ਕੀਤਾ, ਉਹਦੇ 'ਚ ਇਹ ਕਿਹਾ ਕਿ ਇਹ 2 ਰਾਈਫਲਾਂ ਜਿਹੜੀ ਉੱਥੇ ਬਾਕਸ ਪੁਲਿਸ ਬੀਟ ਬਣੀ ਹੋਈ ਸੀਗੀ, ਉਹਦੇ ਵਿੱਚ ਜਿਹੜੇ ਬੰਦੇ ਸਾਡੇ 2 ਹਵਲਦਾਰ ਖੜੇ ਸੀਗੇ ਉਹਨਾਂ ਤੋਂ ਖੋਈਆਂ ਨੇ। ਉਹਨਾਂ ਤੋਂ ਖੋ ਕੇ ਇੱਕ ਬੰਦਾ ਮੁਕਤਸਰ ਵਾਲੀ ਰੋਡ ਤੇ ਭੱਜਿਆ, ਇੱਕ ਬੰਦਾ ਫਰੀਦਕੋਟ ਸਾਈਡ ਵਾਲੀ ਰੋਡ ਤੇ ਭੱਜਿਆ। ਤੇ ਜਿਹੜਾ ਮੁਕਤਸਰ ਵਾਲੀ ਰੋਡ ਦੇ ਉੱਤੇ ਭੱਜਿਆ, ਪੁਲਿਸ ਉਹਦੇ ਦੂਜੇ ਪਾਸੇ ਸੀ, ਤਾਂ ਜਿਹੜੀ ਗੋਲੀ ਲੱਗੀ ਆ ਉਹਦੇ ਖੱਬੇ ਪਾਸੇ ਲੱਗੀ ਹੈ। ਸੋ ਉਹਦੇ ਵਿੱਚ ਉਹ ਮਤਲਬ ਵੀਡੀਓਗ੍ਰਾਫੀ ਦਿਖਾ ਕੇ ਇਹ ਮਤਲਬ ਜਿਹਨੂੰ ਕਹਿੰਦੇ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਗੋਲੀ ਪੁਲਿਸ ਵੱਲੋਂ ਨਹੀਂ ਚਲਾਈ ਗਈ, ਇਹ ਗੋਲੀ ਉਹਨਾਂ 2 ਬੰਦਿਆਂ ਨੇ ਜਿਨ੍ਹਾਂ ਨੇ ਨਿਹੰਗਾਂ ਦਾ ਬਾਣਾ ਵੀ ਪਾਇਆ ਸੀ। ਇਸ ਤਰ੍ਹਾਂ ਦਾ ਹੀ ਲਿਖਿਆ ਹੋਇਆ ਹੈ ਕਿ ਨਿਹੰਗਾਂ ਦਾ ਜਿਹੜਾ ਬਾਣਾ ਪਾਇਆ ਹੋਇਆ ਸੀ, ਉਹਨਾਂ ਵੱਲੋਂ ਜਿਹੜੀ ਖੋਈ ਹੋਈ SLR ਸੀ, ਉਹਦੇ ਚੋਂ ਚੱਲੀ ਗੋਲੀ ਜਿਹੜੀ ਹੈਗੀ ਹੈ ਉਹਦੀ ਉਸ ਤੇ ਲੱਗੀ ਹੈ। ਸੋ ਉਸੇ ਨੂੰ ਉਹ ਲੈ ਕੇ ਮਤਲਬ ਜਿਹੜਾ SHO ਜਿਹਦੇ ਖਿਲਾਫ ਸਭ ਤੋਂ ਪਹਿਲਾਂ ਇਹ ਪੰਦੇਰ, ਜਿਹੜਾ SHO ਗੁਰਦੀਪ ਸਿੰਘ ਪੰਦੇਰ ਹੈ, ਜਿਹਦੇ ਖਿਲਾਫ ਪਰਚਾ ਹੋਇਆ ਹੈ, ਉਹਨੇ ਵੀ ਇਹਨੂੰ ਚੈਲੰਜ ਕੀਤਾ ਹੈ ਕਿ ਦੇਖੋ ਜਿਹੜੀ SIT ਦੀ ਪਹਿਲਾ ਰਿਪੋਰਟ ਆਈ ਸੀ ਜਿਸ 'ਚ ਸਾਨੂੰ ਕਿਹਾ ਗਿਆ ਵੀ ਅਸੀਂ ਗੋਲੀਆਂ ਚਲਾਈਆਂ, ਅਸੀਂ ਨਹੀਂ ਚਲਾਈਆਂ, ਸਾਡੇ ਉੱਤੇ ਚੱਲੀਆਂ ਨੇ ਗੋਲੀਆਂ, ਸਾਡੀਆਂ ਰਿਵਾਲਵਰ SLR ਖੋਈਆਂ ਗਈਆਂ ਨੇ, ਤੇ ਹਜੇ ਤੱਕ ਉਹਨਾਂ ਬੰਦਿਆਂ ਦਾ ਤਾਂ ਕਿਤੇ ਵੀ ਨਾਂ ਨਹੀਂ ਹੈਗਾ ਜਿਨ੍ਹਾਂ ਨੇ ਪੁਲਿਸ ਨੂੰ ਕਾਇਲ ਕੀਤਾ, ਪੁਲਿਸ ਦੇ ਬੰਦਿਆਂ ਨੂੰ ਕਾਇਲ ਕੀਤਾ। ਉਹਨਾਂ ਦੀ ਮੈਡੀਕਲ ਲੀਗਲ ਰਿਪੋਰਟਸ ਵੀ ਹੈਗੀਆਂ ਨੇ ਉੱਥੇ, ਫਿਰ ਵੀ ਉਹਨਾਂ ਨੂੰ ਤਾਂ ਕੋਈ ਦੇਖ ਹੀ ਨਹੀਂ ਰਿਹਾ, ਕੋਈ SIT ਨਹੀਂ ਸੁਣ ਰਹੀ ਉਹਨਾਂ ਨੂੰ ਵੀ ਵਿੱਚ ਸ਼ਾਮਲ ਕੀਤਾ ਜਾਏ। ਸੋ ਇਸ ਤਰ੍ਹਾਂ ਦਾ ਇੱਕ ਕੇਸ ਦੇ ਇੱਕ ਨਵਾਂ ਮੋੜ ਹੈ। ਸੋ ਮੈਨੂੰ ਤੁਸੀਂ ਠੀਕ ਕਿਹਾ ਕਿ 8 ਸਾਲ ਤੋਂ ਬਾਅਦ ਵੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਖੜੇ ਹਾਂ ਜੇ ਕਿ ਜੀ ਗੋਲੀ ਕਿਹਨੇ ਚਲਾਈ, ਵੀਡੀਓਗ੍ਰਾਫੀ ਕਿੱਥੋਂ ਹੋ ਰਹੀ ਹੈ, ਤੇ ਉਹ ਸਾਰੀਆਂ ਚੀਜ਼ਾਂ ਨੂੰ ਹਜੇ ਅਸੀਂ ਪ੍ਰੂਵ ਕਰਨ ਤੇ ਲੱਗੇ ਹੋਏ ਹਾਂ, ਜਦਕਿ ਇਹ ਤਾਂ 8 ਸਾਲ ਪੁਰਾਣਾ ਮਾਮਲਾ ਹੋ ਗਿਆ। ਹੁਣ ਤੱਕ ਤਾਂ ਬਹੁਤ ਅੱਗੇ ਵੱਧ ਜਾਣਾ ਚਾਹੀਦਾ ਸੀ। ਤਾਂ ਮੈਨੂੰ ਇਹ ਲੱਗ ਰਿਹਾ ਕਿ ਹਜੇ ਵੀ ਇਹਨੂੰ ਸਿਰਫ ਉਲਝਾ ਕੇ ਲੰਬਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਿ ਇਸੇ SIT ਦੇ ਸਪਲੀਮੈਂਟਰੀ ਚਲਾਨ ਜਿਹੜਾ ਕੱਲ ਪੇਸ਼ ਹੋਇਆ, ਉਹਦੇ ਵਿੱਚ ਇਹ ਵੀ ਜਿਹੜੀ ਇੱਕ FIR ਸੀ ਉਹਨੂੰ ਖਾਰਜ ਕੀਤਾ ਗਿਆ, ਜਿਹੜੀ ਬਾਅਦ ਚ ਦਰਜ ਕੀਤੀ ਗਈ ਸੀ ਕਿ ਮੁਜ਼ਾਹਰਾਕਾਰੀਆਂ ਨੇ ਪੱਥਰਬਾਜ਼ੀ ਕੀਤੀ ਆ, ਪੁਲਿਸ ਤੇ ਹਮਲਾ ਕੀਤਾ, ਉਹਨੂੰ ਵੀ ਖਾਰਜ ਕੀਤਾ ਗਿਆ। ਇਹ ਇੱਕ ਵੱਖਰਾ ਉਹਦੇ ਵਿੱਚ ਐਂਗਲ ਆ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ SLR ਖੋ ਕੇ ਇਹ ਪ੍ਰਕਾਸ਼ਿਤ ਹੋਇਆ ਅੱਜ। ਲੇਕਿਨ ਜਿਹੜੀ ਇੱਕ FIR ਪੁਲਿਸ ਨੇ ਦਰਜ ਕੀਤੀ ਸੀ ਕਿ ਜਿਹੜੇ ਧਰਨਾਕਾਰੀ ਸੰਗਤ ਸੀ ਉਹਨੇ ਹਮਲਾ ਕੀਤਾ, ਇੱਟਾਂ ਰੋੜੇ ਚੱਲੇ, ਉਹਨੂੰ ਖਾਰਜ ਵੀ ਕੀਤਾ ਗਿਆ। ਉਹਦੇ ਵਿੱਚ ਦੱਸਿਆ ਗਿਆ ਕਿ ਇਹ ਗਲਤ ਹੈਗੀ ਆ। ਸੋ ਭਾਸਕਰ ਸਾਹਿਬ, ਆਪਾਂ ਅੱਗੇ ਚੱਲਦੇ ਹਾਂ। ਡਰੱਗਸ ਦਾ ਮਾਮਲਾ ਵੀ ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਆਉਂਦਾ ਹੈ। ਇਹ ਡਰੱਗਸ ਦਾ ਮਾਮਲਾ ਅਦਾਲਤ ਨੇ ਆਪਣੀ ਸੂਮੋਟੋ ਲੈ ਕੇ ਆਪਣੀ ਇੱਛਾ ਨਾਲ ਇਹਨੂੰ ਲਿਆ ਸੀਗਾ। ਤੁਹਾਨੂੰ ਯਾਦ ਹੀ ਹੋਣਾ, ਬਹੁਤ ਪਹਿਲਾਂ 5.5 ਸਾਲ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਰੌਲਾ ਪੈ ਗਿਆ, ਬਾਅਦ ਦੇ ਵਿੱਚ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਂ ਲੈਤਾ ਭੋਲਾ ਨੇ ਔਰ ਬਰਖਾਸਤ DSP ਭੋਲਾ ਨੇ। ਔਰ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇਹਨੂੰ ਲਗਭਗ ਵਿਰਾਮ ਮਿਲ ਗਿਆ, ਸਾਰੀਆਂ ਰਿਪੋਰਟਾਂ ਲਗਭਗ ਖੁੱਲ ਗਈਆਂ। ਇੱਕ ਚੌਥੀ ਰਿਪੋਰਟ ਜਿਹਦੇ ਤੇ ਇਕੱਲੇ ਸਿਧਾਰਥ ਚੱਟੋਪਾਧਿਆਏ ਸਾਹਿਬ ਜਿਹੜੇ ਸਾਬਕਾ DGP ਨੇ ਉਹਨਾਂ ਦੇ ਦਸਤਖਤ ਸੀਗੇ, ਉਹਨੂੰ ਖੋਲਣ ਤੋਂ ਇਨਕਾਰ ਕਰਤਾ। ਇਹਦਾ ਮਤਲਬ ਹੈ ਕਿ ਉਹ ਖਤਮ ਹੋ ਗਈ, ਉਹਨੂੰ ਉਸ ਰਿਪੋਰਟ ਨੂੰ ਜ਼ੀਰੋ ਮੰਨ ਲਿਆ ਗਿਆ। ਲੇਕਿਨ ਪੰਜਾਬ ਸਰਕਾਰ ਨੇ ਸਿਧਾਰਥ ਚੱਟੋਪਾਧਿਆਏ ਦੇ ਮਾਮਲੇ 'ਚ ਇੱਕ ਮਾਮਲੇ ਨੂੰ ਹਰੀ ਝੰਡੀ ਦੇਣ ਦੀ ਬੇਨਤੀ ਕੀਤੀ ਸੀ, ਉਹ ਪ੍ਰਵਾਨ ਕਰ ਲਈ ਗਈ ਹੈ। ਤਾਂ ਮਤਲਬ ਇੱਕ ਜਾਂਚ ਸਾਬਕਾ DGP ਦੇ ਖਿਲਾਫ ਖੁੱਲ ਗਈ, ਔਰ ਉਹ ਜਾਂਚ ਜਿਹਦੇ ਵਿੱਚ ਚੱਟੋਪਾਧਿਆਏ ਸਾਹਿਬ ਨੇ 2 ਸਾਬਕਾ DGP ਦਾ ਨਾਂ ਲਿਆ ਸੀਗਾ, ਜ਼ਿਕਰ ਕੀਤਾ ਸੀਗਾ, ਉਹਨਾਂ ਦੀ ਬੇਨਤੀ ਦੇ ਉੱਤੇ ਉਹਨੂੰ ਬੰਦ ਕਰਤਾ ਗਿਆ। ਸੋ ਕਾਫੀ ਅਹਿਮ ਮਾਮਲੇ ਨੇ। ਡਰੱਗਸ ਦੇ ਮਾਮਲੇ ਪੰਜਾਬ ਦੇ ਵਿੱਚ ਬੇਸ਼ੁਮਾਰ ਵਧੇ ਨੇ ਅੱਗੇ ਨਾਲੋਂ, ਲੇਕਿਨ ਇਹ ਮਾਮਲਾ ਜਿਹੜਾ ਹਾਈ ਪ੍ਰੋਫਾਈਲ ਸੀ ਇਹਨੂੰ ਵਿਰਾਮ ਲੱਗ ਗਿਆ। ਰਾਜਜੀਤ ਇਸ ਮਾਮਲੇ 'ਚ ਅਜੇ ਤੱਕ ਭਗੌੜਾ ਸਰਕਾਰੀ ਕਾਰਵਾਈ 'ਚ, ਇਹਨੂੰ ਵੀ ਜਰਾ ਜ਼ਬਾਨ ਦੇ ਦਿਓ। 2018 ਤੋਂ ਬੰਦ ਲਿਫਾਫਿਆਂ ਦਾ ਜ਼ਿਕਰ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਹੁੰਦਾ ਰਿਹਾ, ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਵਿੱਚੋਂ 3 ਰਿਪੋਰਟਾਂ ਤੇ ਖੋਲ ਦਿੱਤੀ ਗਈ। ਚੌਥੀ ਰਿਪੋਰਟ ਦੇ ਉੱਤੇ, ਕਿਉਂਕਿ ਚੌਥੀ ਰਿਪੋਰਟ ਫਾਰਮਰ DGP ਸਿਧਾਰਥ ਚੱਟੋਪਾਧਿਆਏ ਉਹਨਾਂ ਦੇ ਕੱਲੇ ਦੇ ਸਾਈਨ ਦੇ ਅੰਡਰ ਸਬਮਿਟ ਕੀਤੀ ਗਈ ਸੀ। ਇਹਦੇ ਉੱਤੇ ਕੱਲ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਉਸ ਰਿਪੋਰਟ ਨੂੰ ਹੁਣ
ਬੰਦ ਲਿਫਾਫੇ ਦੇ ਵਿੱਚ ਹੀ ਰੱਖਣ ਦਾ ਫੈਸਲਾ ਕੀਤਾ ਹੈ। ਕਾਰਨ ਕਿ ਉਹ ਸਿਧਾਰਥ ਚਟੋਪਾਧਿਆ ਉਹਨਾਂ ਦੀ ਇੱਕ ਨਿੱਜੀ ਤਿਆਰ ਕੀਤੀ ਗਈ ਰਿਪੋਰਟ ਦੇ ਤੌਰ ਤੇ ਇਹ ਗੱਲ ਹਾਈ ਕੋਰਟ ਦੇ ਵਿੱਚ ਰੈਫਰ ਕੀਤੀ ਗਈ। ਸੰਧੇਵਾਲੀਆ ਸਾਹਿਬ ਤੇ ਹਰਪ੍ਰੀਤ ਕੌਰ ਜੀਵਨ, ਜਸਟਿਸ ਹਰਪ੍ਰੀਤ ਕੌਰ ਜੀਵਨ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇੱਕ ਆਰਡਰ ਕੀਤਾ ਕਿ ਰਜਿਸਟਰੀ ਦੇ ਵਿੱਚ ਇਹ ਲਿਫਾਫਾ ਜਾਂ ਇਹ ਰਿਪੋਰਟ ਬੰਦ ਕਰਕੇ ਰੱਖ ਦਿੱਤੀ ਜਾਏ। ਇਹਦੇ ਨਾਲ ਦੋ ਗੱਲਾਂ ਹੋਈਆਂ। ਕਾਰਨ ਕਿ ਜਿਸ ਤਰੀਕੇ ਨਾਲ ਹੁਣ ਆਪਾਂ ਕਥਿਤ ਤੌਰ ਤੇ ਕਹਿ ਸਕਦੇ ਹਾਂ ਕਿ ਦੋ ਵੱਡੇ ਫਾਰਮਰ ਡੀਜੀਪੀਜ਼ ਦਾ ਨਾਂ ਸੀਗਾ ਇਸ ਰਿਪੋਰਟ ਦੇ ਵਿੱਚ, ਉਹਦੇ ਉੱਤੇ ਵਿਰਾਮ ਲੱਗ ਗਿਆ। ਦੂਜੀ ਗੱਲ, ਜਿਹੜਾ ਸਿਧਾਰਥ ਚਟੋਪਾਧਿਆ ਉਹਨਾਂ ਦੇ ਉੱਤੇ, ਜਿਹੜਾ ਇੰਦਰਜੀਤ ਚੱਡਾ ਉਹਨਾਂ ਦੀ ਸੁਸਾਈਡ ਦੇ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦਾ ਨਾਂ ਸੀਗਾ, ਉਹਦੇ ਉੱਤੇ ਇਨਵੈਸਟੀਗੇਸ਼ਨ ਦੇ ਉੱਤੇ ਫਿਲਹਾਲ ਲੱਗਿਆ ਹੋਇਆ ਸੀ ਸਟੇ। ਉਸ ਸਟੇ ਨੂੰ ਰਿਵੋਕ ਯਾਨੀ ਸਟੇ ਨੂੰ ਹਟਾ ਕੇ ਹੁਣ ਹਾਈ ਕੋਰਟ ਨੇ ਉਹਦੀ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਨ ਦੀ ਵੀ ਇਜਾਜ਼ਤ ਦਿੱਤੀ। ਇਹਦੇ ਵਾਸਤੇ ਹੁਣ ਡੀਜੀਪੀ, ਫਾਰਮਰ ਡੀਜੀਪੀ ਸਿਧਾਰਥ ਚਟੋਪਾਧਿਆ ਉਹਨਾਂ ਦੀ ਮੁਸ਼ਕਿਲਾਂ ਵੱਧ ਸਕਦੀ ਹੈ। ਪਰ ਉਸ ਰਿਪੋਰਟ, ਜਿਸ ਰਿਪੋਰਟ ਦੇ ਵਿੱਚ ਇੱਕ ਕੰਟਰੋਵਰਸ਼ੀਅਲ ਰਿਪੋਰਟ ਦੇ ਤੌਰ ਤੇ ਜਿਹੜੀ ਪੇਸ਼ ਹੋਈ ਸੀ, ਉਹ ਹੁਣ ਬੰਦ ਲਿਫਾਫਿਆਂ ਦੇ ਵਿੱਚ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਬੰਦ ਹੋ ਗਈ। ਜੀ ਇੰਦਰਪ੍ਰੀਤ ਜੀ, ਇਹਦੇ ਉੱਤੇ ਤੁਹਾਡੀ ਇੱਕ ਟਿੱਪਣੀ ਬੜੀ ਜਾਇਜ਼ ਰਹੂਗੀ। ਫਿਰ ਆਪਾਂ ਚੱਲਦੇ ਹਾਂ ਕਿ ਆਨਲਾਈਨ ਠੱਗੀ, ਆਨਲਾਈਨ ਰਿਸ਼ਵਤ ਠੱਗੀ ਥੋੜੀ ਹੈ। ਰਿਸ਼ਵਤ ਤਾਂ ਜਾਇਜ਼ ਹੀ ਮੰਨੀ ਜਾਂਦੀ ਹੈ। ਉਂਝ ਮੁੱਖ ਮੰਤਰੀ ਸਾਹਿਬ ਨੇ ਬੰਦ ਕਰਨ ਦਾ ਬੀੜਾ ਚੱਕਿਆ, ਪਰ ਅਗਲੇ ਅਜੇ ਵੀ ਕਾਨੂੰਨੀ ਤੌਰ ਤੇ ਲਈ ਜਾਂਦੇ ਆ। ਗੂਗਲ ਪੇ, ਪੇਟੀਐਮ ਕਰ ਲਓ, ਫੋਨ ਪੇ ਕਰ ਲਓ, ਕੁਝ ਵੀ ਕਰ ਲਓ, ਉਹ ਕਹਿੰਦੇ ਰਿਸ਼ਵਤ ਦਿਓ, ਬਾਕੀ ਬਾਅਦ ਚ ਦੇਖਾਂਗੇ। ਆ ਜਰਾ ਇੱਥੇ ਡਰੱਗਸ ਵਾਲੇ ਮਾਮਲੇ ਤੋਂ ਸ਼ੁਰੂ ਕਰ। ਰੰਧਾਵਾ ਸਾਹਿਬ, ਦੇਖੋ ਡਰੱਗਸ ਵਾਲਾ ਮਾਮਲਾ ਦੇ ਵਿੱਚ 4 ਰਿਪੋਰਟਾਂ ਪੇਸ਼ ਹੋ ਚੁੱਕੀਆਂ। ਆਪਾਂ ਨੂੰ ਪਤਾ 3 ਖੁੱਲ ਚੁੱਕੀਆਂ, 1 ਨਹੀਂ ਖੁੱਲੀ। ਔਰ ਸਾਰਾ ਪੁਲਿਸ ਦੀ ਰਾਈਵਲਰੀ, ਜਿਹੜੀ ਆਪਸੀ ਰਾਈਵਲਰੀ ਹੁੰਦੀ ਹੈ ਕਿ ਡੀਜੀਪੀ ਕਿਹਨੇ ਲੱਗਣਾ ਹੈ ਤੇ ਜੇ ਉਹ ਲੱਗ ਰਿਹਾ ਤਾਂ ਉਹਦਾ ਕਿਵੇਂ ਕੇਸ ਖਰਾਬ ਕਰਨਾ ਹੈ, ਇਹ ਮੰਨਿਆ ਗਿਆ। ਜਿਹੜਾ ਲਾਸਟ ਦੇ ਵਿੱਚ ਜਿਹੜੀ ਚੱਲੀ ਹੈ, ਉਹ ਸਾਰੇ ਦੇ ਵਿੱਚ ਇਹੀ ਤੱਥ ਇੱਕ ਸਾਹਮਣੇ ਆਇਆ ਕਿ ਉਹਦੇ ਕਰਕੇ ਜਿਹੜਾ ਸਿਧਾਰਥ ਚਟੋਪਾਧਿਆ ਹੈ ਉਹਨਾਂ ਨੇ ਦਿਨਕਰ ਗੁਪਤਾ ਉਹਨਾਂ ਦਾ ਜਿਹੜਾ ਛਵੀ ਖਰਾਬ ਕਰਨ ਦੀ ਗੱਲ ਕੀਤੀ ਹੈ, ਇਹ ਸਾਰਾ ਉਹਦੇ ਨਾਲ ਜੁੜਿਆ ਹੋਇਆ। ਸੋ ਉਹਦੇ ਚ ਚੌਥੀ ਰਿਪੋਰਟ ਸੀ, ਜਿਹੜੀ 3 ਤਾਂ ਖੁੱਲ ਚੁੱਕਿਆ ਸੀ, ਉੱਥੇ ਤੇ ਕਾਰਵਾਈਆਂ ਹੋ ਰਹੀਆਂ, ਪਰ ਚੌਥੀ ਰਿਪੋਰਟ ਜਿਹਦੇ ਖਿਲਾਫ ਸੁਰੇਸ਼ ਅਰੋੜਾ ਡੀਜੀਪੀ ਸਾਬਕਾ ਔਰ ਦਿਨਕਰ ਗੁਪਤਾ ਜਿਹੜੇ ਅੱਜ ਕੱਲ੍ਹ NIA ਦੇ ਚੀਫ ਨੇ, ਉਹਨਾਂ ਨੇ ਇਹਦੇ ਤੇ ਇਤਰਾਜ਼ ਕੀਤਾ ਸੀਗਾ ਵੀ ਇਹਨਾਂ ਕੱਲਿਆਂ ਨੇ ਦਿੱਤੀ ਹੈਗੀ ਆ ਰਿਪੋਰਟ। ਇਹਦੇ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੀ ਸਾਈਨ ਨਹੀਂ ਹੈਗੇ ਔਰ ਪ੍ਰਬੋਧ ਕੁਮਾਰ ਦੇ ਵੀ ਸਾਈਨ ਨਹੀਂ ਹੈਗੇ। ਸੋ ਇਸ ਕਰਕੇ ਹੁਣ ਇਹ ਕੇਸ ਮਤਲਬ ਹਾਈ ਕੋਰਟ ਨੇ ਉਹਨਾਂ ਨੂੰ ਸਹੀ ਮੰਨ ਲਿਆ ਔਰ ਇਹ ਚ ਇੱਕ ਝਟਕਾ ਮਤਲਬ ਇਸ ਚਟੋਪਾਧਿਆ ਨੂੰ ਲੱਗਿਆ। ਦੂਸਰਾ ਇੱਕ ਕੇਸ ਹੋਰ ਵੀ ਸੀਗਾ, ਜਿਹੜਾ ਇੰਦਰਪ੍ਰੀਤ ਚੱਡਾ ਹੋਰਾਂ ਦਾ ਸੀ, ਚੀਫ ਖਾਲਸਾ ਦੀਵਾਨ ਦੇ ਜਿਹੜੇ ਚੀਫ ਦੇ ਬੇਟੇ ਸੀਗੇ ਉਹਨਾਂ ਦਾ, ਉਹ ਵੀ ਉਹਨਾਂ ਦੀ ਸੁਸਾਈਡਲ ਦਾ ਮਾਮਲਾ ਵੀ ਸੀਗਾ। ਉਹਦੇ ਉੱਤੇ ਵੀ ਇਹਨਾਂ ਦੀ ਕਾਰਵਾਈ ਤੇ ਰੋਕ ਲਗਾਈ ਹੋਈ ਸੀ ਤੇ ਉਹਦੇ ਉੱਤੇ ਵੀ ਮੈਨੂੰ ਲੱਗਦਾ ਹਾਈ ਕੋਰਟ ਨੇ ਕੱਲ ਕਹਿਤਾ ਕਿ ਨਹੀਂ, ਇਹ ਨਹੀਂ ਰੋਕ ਲੱਗੇਗੀ, ਇਹਦੇ ਖਿਲਾਫ ਵੀ ਕਾਰਵਾਈ, ਚਟੋਪਾਧਿਆ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਸੋ ਬੇਸ਼ੱਕ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਇਸ ਚਟੋਪਾਧਿਆ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਣ। ਦੂਸਰਾ ਤੁਸੀਂ ਬੜਾ ਇੰਟਰਸਟਿੰਗ ਇਹਦੇ 'ਚ ਇੱਕ ਗੱਲ ਜ਼ਰੂਰ ਕਰਦੇ ਆ, ਭਾਸਕਰ ਸਾਹਿਬ ਨੇ ਜ਼ਿਕਰ ਤਾਂ ਜ਼ਰੂਰ ਕੀਤਾ। ਮੈਂ ਦੱਸ ਦਿਆਂ ਕਿ ਡਿਵੀਜ਼ਨ ਬੈਂਚ ਸੀਗਾ ਜਿਹੜਾ ਜਸਟਿਸ GS ਸੰਧਾਵਾਲੀਆ ਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਵੱਲੋਂ ਸੁਣਿਆ ਜਾ ਰਿਹਾ ਸੀ ਸਾਰੇ ਦਾ ਸਾਰਾ ਕੇਸ। ਔਰ ਇਹ ਹਾਈ ਕੋਰਟ ਨੇ 16 ਸਤੰਬਰ 2013 ਨੂੰ ਸੂਮੋਟੋ ਇਹਦਾ ਲਿਆ ਸੀਗਾ, ਜਦੋਂ ਇੱਕ ਲੈਟਰ ਜਿਹੜੀ ਆ ਲਿਖੀ ਗਈ ਸੀ DGP ਉਦੋਂ ਦੇ ਜੇਲਾਂ ਸ਼ਸ਼ੀਕਾਂਤ। ਉਸ ਤੋਂ ਬਾਅਦ ਇਹ ਮਤਲਬ ਪੰਜਾਬ ਦੇ ਵਿੱਚ ਡਰੱਗ ਦਾ ਜਿਹੜਾ ਧੰਦਾ ਸੀ ਇਹਨੂੰ ਲੈ ਕੇ ਉਹ ਚਿੱਠੀ ਲਿਖੀ ਸੀ ਔਰ ਅਦਾਲਤ ਨੇ 16 ਸਤੰਬਰ 2023 ਨੂੰ ਇਹਦਾ ਆਪਣੇ ਆਪ ਸੰਗਿਆਨ ਲਿਆ ਸੀਗਾ। ਹੁਣ ਉਹ ਲਗਭਗ ਇਹ ਮਾਮਲਾ ਬੰਦ ਹੋ ਗਿਆ। ਹੁਣ ਤੁਸੀਂ ਜਾਓ ਜ਼ਰਾ, ਰਿਸ਼ਵਤਖੋਰੀ ਦਾ ਇੱਕ ਨਵਾਂ ਤੌਰ ਤਰੀਕਾ, ਇੱਥੇ ਵਿਜੀਲੈਂਸ ਨੂੰ ਹੁਣ ਸਬੂਤ ਇਕੱਠੇ ਕਰਨ ਦੀ ਤਾਂ ਲੋੜ ਹੀ ਨਹੀਂ ਗੀ। ਮੈਨੂੰ ਲੱਗਦਾ ਸਬੂਤਾਂ ਸਮੇਤ ਅਗਲੇ ਪੇਸ਼ ਹੋ ਗਏ ਵੀ ਆ ਜਾਓ, ਜੋ ਕਰਨਾ ਕਰ ਲਓ। ਜੀ ਭਾਸਕਰ ਸਾਹਿਬ, ਇੱਕ ਜਿਹੜੇ ਡਰੱਗ ਵਾਲੇ ਕੇਸ ਦੇ ਵਿੱਚ ਇੱਕ ਹੋਰ ਡਿਵੈਲਪਮੈਂਟ ਹੋਈ ਹੈ, ਭਾਵੇਂ ਉਹ ਬੰਦ ਲਿਫਾਫੇ ਵਾਲੀ ਰਿਪੋਰਟ ਤੇ ਰਜਿਸਟਰੀ ਚਲੀ ਗਈ ਹੈ, ਨਾਲ ਦੇ ਨਾਲ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਵੀ ਇੱਕ ਡਾਟਾ ਆਇਆ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ 20 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ 310 ਮੌਤਾਂ ਡਰੱਗ ਦੇ ਰਾਹੀਂ ਹੋਈਆਂ ਔਰ ਮਰਨ ਵਾਲੇ ਤਕਰੀਬਨ 18 ਤੋਂ 30 ਸਾਲ ਦੇ ਸੀਗੇ। ਔਰ ਇਸ ਮੁੱਦੇ ਦੇ ਉੱਤੇ ਹਾਈ ਕੋਰਟ ਨੇ ਵੀ ਕੱਲ ਇੱਕ ਟਿੱਪਣੀ ਕੀਤੀ ਹੈ ਔਰ ਇੱਕ ਡਾਇਰੈਕਸ਼ਨ ਦਿੱਤੀ ਹੈ ਕਿ ਡਰੱਗ ਦੇ ਮੁੱਦੇ ਦੇ ਉੱਤੇ ਹੁਣ ਕਾਰਵਾਈ ਵਧੀਆ ਤਰੀਕੇ ਨਾਲ ਕਰਨ ਵਾਸਤੇ ਜਿਹੜੇ ਕਿੰਗ ਪਿਨ ਹੈਗੇ ਆ, ਯਾਨੀ ਡਰੱਗ ਦੇ ਕਿੰਗ ਪਿਨ ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਵੀ ਬੁੱਕ ਕੀਤਾ ਜਾਏ, ਉਹਨਾਂ ਦੀ ਪ੍ਰਾਪਰਟੀਆਂ ਨੂੰ ਜ਼ਬਤ ਕੀਤਾ ਜਾਏ। ਔਰ ਕੁਝ ਪੁਲਿਸ ਨੂੰ ਵੀ ਹਦਾਇਤਾਂ ਦਿੱਤੀ ਹੈ ਕਿ ਸਕੂਲਾਂ ਕਾਲਜਾਂ ਦੇ ਬਾਹਰ ਪਲੇਨ ਕਲੌਥ ਦੇ ਵਿੱਚ ਪੁਲਿਸ ਵਾਲਿਆਂ ਦੀ ਡਿਊਟੀ ਲਾਈ ਜਾਏ ਔਰ ਉਹ ਡਰੱਗ ਵੇਚਣ ਵਾਲਿਆਂ ਦੇ ਉੱਤੇ ਨਜ਼ਰ ਰੱਖਣ। ਡੀ ਐਡਿਕਸ਼ਨ ਸੈਂਟਰ ਦੇ ਉੱਤੇ ਫੈਸਿਲਿਟੀ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਵਾਕਈ
ਉਹ ਡੀ ਐਡਿਕਸ਼ਨ ਦੇ ਤਰੀਕੇ ਨਾਲ ਕੰਮ ਕਰਨ, ਰਾਦਰ ਕਿਸੇ ਨੂੰ ਹੋਰ ਐਡਿਕਟ ਨਾ ਕਰ ਲੈਣ। ਇਹ ਨਵੀਂ ਡਿਵੈਲਪਮੈਂਟ ਡਰੱਗ ਦੇ ਮੁੱਦੇ ਦੇ ਉੱਤੇ ਹੋ ਰਹੀਆਂ, ਮੈਨੂੰ ਲੱਗਦਾ ਕਿ ਇਹਦਾ ਜ਼ਿਕਰ ਕਰਨਾ ਚਾਹੀਦਾ ਸੀਗਾ। ਹੁਣ ਜਿਹੜੀ ਗੱਲ ਤੁਸੀਂ ਦੂਜੀ ਪੁੱਛੀ ਹੈ ਡਿਜੀਟਲ ਕਰਪਸ਼ਨ, ਯਾਨੀ ਡਿਜੀਟਲ ਮਾਧਿਅਮ ਦੇ ਨਾਲ ਜਿਹੜੀ ਹੋਣ ਵਾਲੀ ਕਰਪਸ਼ਨ, ਉਹਦੇ ਵਿੱਚ ਵੀ ਬੜੀ ਇੰਟਰਸਟਿੰਗ ਜੀ ਗੱਲ ਆਈ ਹੈ, ਕਿਉਂਕਿ ਕਰਪਸ਼ਨ ਦੇ ਅਗੇਂਸਟ ਜ਼ੀਰੋ ਟੋਲਰੈਂਸ ਰੱਖਣ ਵਾਲੀ ਸਰਕਾਰ ਆਉਣ ਤੋਂ ਬਾਅਦ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ। ਉਹਦੇ ਵਿੱਚ ਸ਼ੁਰੂ ਤੇ ਆંકੜਾ ਆਇਆ ਕਿ ਇੰਨੀ ਆ ਗਈ ਕੰਪਲੇਂਟ, ਇੰਨੀ ਆਪਾਂ ਨਿਪਟਾਰਾ ਕਰਤਾ, ਪਰ ਉਸ ਤੋਂ ਬਾਅਦ ਤੇ ਉਹ ਡਾਟਾ ਡੂਟਾ ਵੀ ਆਉਣਾ ਬੰਦ ਹੋ ਗਿਆ। ਪਰ ਇਹ ਡਾਟਾ ਨਵੇਂ ਰੂਪ ਦੇ ਵਿੱਚ ਸਾਹਮਣੇ ਆਇਆ, ਡਿਜੀਟਲ ਡਾਟੇ ਦੇ ਰੂਪ ਵਿੱਚ। ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਕਾਫੀ ਲੋਕਾਂ ਨੂੰ ਫੜਿਆ ਰੰਗੇ ਹੱਥ ਰਿਸ਼ਵਤ ਲੈਣ ਤੇ ਇੱਕ ਕੇਸ ਦੇ ਵਿੱਚ ਤੇ 5000 ਰਿਸ਼ਵਤ ਲੈਣ ਦੇ ਰੰਗੇ ਹੱਥੋਂ ਫੜੇ ਜਾਣ ਵਾਲੇ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਵੀ 34000 ਰੁਪਏ ਤੇ ਕੁਝ ਦਿਨ ਪਹਿਲੇ ਇਹ ਫੋਨ ਪੇ ਪੇਟੀਐਮ ਦੇ ਥਰੂ ਪਹਿਲੇ ਹੀ ਲੈ ਚੁੱਕਿਆ। ਔਰ ਘੱਟ ਤੋਂ ਘੱਟ ਵਰਿੰਦਰ ਕੁਮਾਰ ਜਿਹੜੇ ਡੀਜੀਪੀ ਵਿਜੀਲੈਂਸ ਹੈਗੇ ਨੇ, ਉਹਨਾਂ ਨੇ ਤੇ ਇਹ ਮੰਨਿਆ ਹੈ ਕਿ ਵੀ ਦਰਜਨ ਦੇ ਕਰੀਬ ਕੇਸ ਏਦਾਂ ਦੇ ਸਾਹਮਣੇ ਆਏ ਨੇ ਜਿਹਦੇ ਵਿੱਚ ਡਿਜੀਟਲ ਪੇਮੈਂਟ ਮੋਡ ਦੇ ਰਾਹੀਂ ਕਰਪਸ਼ਨ ਲਿੱਤੀ ਗਈ। ਔਰ ਨਾਲ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮੋਡ ਦੇ ਨਾਲ ਲਿੱਤੀ ਹੋਈ ਕਰਪਸ਼ਨ ਬਲਕਿ ਸਾਡੇ ਵਾਸਤੇ ਤੇ ਆਸਾਨੀ ਹੋ ਜਾਂਦੀ ਹੈ, ਕਿਉਂਕਿ ਉਹ ਐਂਟਰੀ ਮੈਚ ਕਰਨ ਤੋਂ ਬਾਅਦ ਇਹ ਕੋਰਟ ਦੇ ਵਿੱਚ ਪ੍ਰੂਵ ਕਰਨਾ ਆਸਾਨ ਹੋ ਜਾਂਦਾ ਵੀ ਇਹਨੇ ਕੰਪਲੇਨੈਂਟ ਨੇ ਪੈਸੇ ਦਿੱਤੇ ਔਰ ਉਹਦੇ ਕੋਲ ਵੀ ਸਬੂਤ ਹੈਗਾ, ਔਰ ਜਿਹਦੇ ਕੋਲ ਇਹ ਪੈਸੇ ਗਏ ਨੇ ਉਹਦਾ ਵੀ ਸਬੂਤ ਡਿਜੀਟਲ ਐਂਟਰੀ ਦੇ ਰੂਪ ਵਿੱਚ ਮੌਜੂਦ ਹੈ, ਤੇ ਕੋਰਟ ਦੇ ਵਿੱਚ ਸਜ਼ਾ ਜਾਂ ਕਨਵਿਕਸ਼ਨ ਵਾਸਤੇ ਆਰਾਮ ਮਿਲਦਾ ਹੈ। ਪਰ ਇਹਦੇ ਵਿੱਚ ਵੀ ਨਵਾਂ ਰਸਤਾ ਲੱਭ ਲਿਆ, ਕਈਆਂ ਨੇ ਲੱਭ ਲਿਆ, ਇਹ ਨਵੀਂ ਗੱਲ ਨਹੀਂ ਹੈ। ਅੱਜ ਕੱਲ ਕੋਈ ਆਪਣੇ ਦੁਕਾਨਦਾਰ, ਕੋਈ ਚਾਹ ਦੀ ਦੁਕਾਨ, ਕੋਈ ਮੱਠੀ ਦੀ ਦੁਕਾਨ, ਉਹਦਾ ਇੱਕ QR ਕੋਡ ਜਿਹੜਾ ਕਰਪਸ਼ਨ ਕਰਨ ਵਾਲਾ ਜਾਂ ਰਿਸ਼ਵਤ ਮੰਗਣ ਵਾਲਾ ਅਧਿਕਾਰੀ ਜਾਂ ਕੋਈ EMPLOYE ਅੱਗੇ ਕਰ ਦਿੰਦਾ, ਕਹਿੰਦੇ ਆ ਚਾਹ ਵਾਲੇ ਦੇ ਖਾਤੇ ਦੇ ਵਿੱਚ 5000 ਪਾ ਦਿਓ, ਔਰ ਉਹ ਜਾਂਦੇ ਨੇ ਚਾਹ ਵਾਲੇ ਦੇ ਖਾਤੇ ਦੇ ਵਿੱਚ ਬਾਅਦ ਚੋਂ ਕੈਸ਼ ਵਿੱਚ ਲੈ ਲੈਂਦੇ ਨੇ। ਇਸ ਤਰ੍ਹਾਂ ਦੇ ਵੀ ਕਈ ਮਾਮਲੇ ਸਾਹਮਣੇ ਆਏ ਆ, ਔਰ ਉਹਦੇ ਵਿੱਚ ਇਹ ਪ੍ਰੂਵ ਕਰਨਾ ਉਨਾ ਹੀ ਔਖਾ ਹੋ ਜਾਂਦਾ ਹੈ ਕਿ ਵੀ ਇਹ ਰਿਸ਼ਵਤ ਸੀ ਪਰ ਗਈ ਸੀ ਚਾਹ ਵਾਲੇ ਕੋਲ ਜਾਂ ਕਿਸੇ ਦੁਕਾਨਦਾਰ ਕੋਲ, ਪਰ ਇਨਡਾਇਰੈਕਟਲੀ ਇਹ ਗਈ ਉਸੇ ਅਫਸਰ ਕੋਲ। ਯਾਨੀ ਕੁਝ ਦਿੱਕਤਾਂ ਵੀ ਹੈ ਡਿਜੀਟਲ ਪੇਮੈਂਟ ਦੀ ਤੇ ਕੁਝ ਫਾਇਦੇ ਵੀ ਹੈ। ਭਾਸਕਰ ਸਾਹਿਬ ਨੇ ਨਾ ਥੋੜਾ ਝਾੜਨਾ ਹੁੰਦਾ, ਦਰਅਸਲ ਇਹਨਾਂ ਨੇ ਛੱਡੀ ਹੋਈ ਦਾਰੂ, ਤੇ ਮੈਂ ਹਿਸਾਬ ਲਾਇਆ, ਨਹੀਂ ਤੇ ਇਹਨਾਂ ਨੇ ਕਹਿਣਾ ਸੀ ਵੀ ਕਿਤੇ ਸੋਡੇ ਵਾਲਾ ਕਿਤੇ ਭੁਜੀਏ ਵਾਲਾ, ਪਰ ਉਹ ਇਹਨਾਂ ਨੇ ਪਹਿਲਾਂ ਮੈਨੂੰ ਲੱਗਦਾ ਝਾੜ ਲਿਆ ਜਦੋਂ ਇਹ ਕਹਿੰਦੇ ਸੀ ਵੀ ਉਹ ਕਿਸੇ ਸਨਅਤਕਾਰ ਦੇ ਮੋਢੇ ਤੇ ਹੱਥ ਅਫਸਰ ਰੱਖਦਾ, ਜਿੱਦਾਂ ਕਿਸੇ ਬਾਰ ਦੇ ਵਿੱਚ ਆਣ ਕੇ ਕੋਈ ਬਾਉਂਸਰ ਰੱਖ ਦਿੰਦਾ। ਭਾਸਕਰ ਸਾਹਿਬ ਤੁਸੀਂ ਰਿਲੇਟ ਕਰ ਹੀ ਜਾਂਦੇ ਹੋ। ਸੋ ਇੰਦਰਪ੍ਰੀਤ ਜੀ, ਇਸ ਮਾਮਲੇ ਨੂੰ ਥੋੜਾ ਜਿਹਾ ਅੱਗੇ ਵਧਾ ਦਿਓ। ਕੁਝ ਇਨਸੀਡੈਂਟ, ਕੁਝ ਘਟਨਾਵਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ। ਵਿਸ਼ਾਲ ਰੰਬਾਨੀ ਨੇ ਇਹਦੇ ਉੱਤੇ ਇੱਕ ਰਿਪੋਰਟ ਕੀਤੀ ਆ, ਚੰਗੇ ਸਹਾਬੀ ਨੇ, ਸਾਨੂੰ ਤਾਂ ਕਦੇ ਕਦੇ ਹੈਲਪ ਮਿਲ ਜਾਂਦੀ ਹੈ ਇਹਨਾਂ ਮਿੱਤਰਾਂ ਦੀ ਜੀ। ਜਿਹੜੇ ਉਹਨਾਂ ਨੇ ਵੈਸੇ 11 ਕੇਸ ਕੀਤੇ ਹੈਗੇ ਆ ਆਇਡੈਂਟੀਫਾਈ, ਜਿਹੜੇ ਮਤਲਬ ਦਿੱਤੇ ਹੈਗੇ ਪੁਲਿਸ ਨੇ, ਸੌਰੀ ਵਿਜੀਲੈਂਸ ਨੇ। ਉਹਦੇ 'ਚ ਇੱਕ ਤਾਂ SDO ਸਾਹਿਬ ਹੈਗੇ ਪਾਵਰਕੌਮ ਦੇ, ਉਹਨਾਂ ਨੇ ਤੇ ਇੱਕ ਲਾਈਨਮੈਨ ਨੇ 34000 ਰੁਪਇਆ ਆਨਲਾਈਨ ਦਿੱਤਾ। ਉਹ ਫੜੇ ਸਿਰਫ ਇਸ ਕਰਕੇ ਗਏ ਵੀ ਜਿਹੜਾ 5000 ਕੈਸ਼ ਲਿੱਤਾ ਸੀਗਾ ਉਹਦੇ ਕਰਕੇ ਰੰਗੇ ਹੱਥੀ ਪਕੜੇ ਗਏ। ਬਾਅਦ 'ਚ ਜਦੋਂ ਜਾਂਚ ਹੋਈ ਤਾਂ ਪਤਾ ਲੱਗਿਆ ਨਹੀਂ 34000 ਹੈ ਟੋਟਲ, ਜਿਹੜਾ 34000 ਉਹਦੇ ਵਿੱਚ ਵੀ ਆਇਆ ਹੋਇਆ ਗੂਗਲ ਪੇ ਰਾਹੀਂ। ਇਸੇ ਤਰ੍ਹਾਂ ਇੱਕ ਹਵਲਦਾਰ ਨੇ, ਹੈਡ ਕਾਂਸਟੇਬਲ ਨੇ, ਸੌਰੀ, ਇਹਨਾਂ ਨੇ ਵੀ 2100 ਰੁਪਏ ਦਾ ਸ਼ਗਨ ਦਿੱਤਾ। ਬੜਾ ਕਮਾਲ ਦੀ ਦੇਖੋ ਉਹ ਹੈ 2100 ਰੁਪਇਆ। ਇਹ ਤਾਂ ਸਾਫ਼ ਪਤਾ ਲੱਗਦਾ ਜਿਵੇਂ ਸ਼ਗਨ ਦੇ ਰੂਪ 'ਚ ਲਿੱਤੀ ਹੁੰਦੀ ਹੈ। ਤੇ ਇਸੇ ਤਰ੍ਹਾਂ 2 ਪਟਵਾਰੀ ਨੇ ਜਿਨ੍ਹਾਂ ਨੇ 4000 ਤੇ ਇੱਕ 5000 ਲਿੱਤਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਨੇ, ਵੈਸੇ ਤਾਂ 11 ਨੇ, ਪਰ ਇੰਟਰਸਟਿੰਗ ਚੀਜ਼ਾਂ ਮੈਂ ਤੁਹਾਨੂੰ ਸਿਰਫ ਇਹ ਦੱਸੀਆਂ ਨੇ ਵੀ ਫੜੇ ਉਦੋਂ ਗਏ ਜਦੋਂ ਕੈਸ਼ ਲੈ ਰਹੇ ਸੀ। ਜਦੋਂ ਆਨਲਾਈਨ ਕਰਾਈ ਫਿਰ ਨਹੀਂ ਫੜੇ ਗਏ, ਜਦੋਂ ਕੈਸ਼ ਲਿੱਤਾ ਰੰਗੇ ਹੱਥੀਂ ਉਦੋਂ ਫੜੇ ਗਏ ਜੀ। ਭਾਸਕਰ ਸਾਹਿਬ, ਜਾਂਦੇ ਜਾਂਦੇ ਬਹੁਤ ਕਾਲੀ ਦੇ ਵਿੱਚ ਕੋਈ ਨੈਸ਼ਨਲ ਲੈਵਲ ਤੇ ਹੋ ਰਿਹਾ ਕੋਈ ਸਰਗਰਮੀ, ਤੇ ਕਾਲੀ ਦੇ ਵਿੱਚ ਜਿੱਦਾਂ ਮਤਲਬ ਬਿਨ ਬ੍ਰੇਕ ਤੋਂ ਫਿਰ ਕਰ ਦਿਓ ਜੀ। ਦੇਖੋ, ਜਿੱਥੇ ਤੱਕ ਨੈਸ਼ਨਲ ਨਿਊਜ਼ ਦੀ ਗੱਲ ਹੈਗੀ ਹੈ, ਬਾਲਾਜੀ ਤੁਹਾਨੂੰ ਯਾਦ ਹੋਏਗਾ ਤਮਿਲਨਾਡੂ ਦੇ ਗਵਰਨਰ ਨੇ ਇਸ ਮੰਤਰੀ ਨੂੰ ਕੱਢਤਾ ਸੀ ਕਿਉਂਕਿ ਈਡੀ ਨੇ ਇਹਨਾਂ ਨੂੰ ਫੜ ਲਿਆ ਸੀਗਾ। ਉਸ ਮੁੱਦੇ ਦੇ ਉੱਤੇ ਜਦ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀ ਤੇ ਕਪਿਲ ਸਿੱਬਲ ਸੀਗੇ ਵਕੀਲ, ਉਹਨਾਂ ਨੇ ਕਿਹਾ ਕਿ ਈਡੀ ਅਫਸਰਾਂ ਨੇ ਇਹਨਾਂ ਨੂੰ ਕਿਹਾ ਤੁਸੀਂ ਬੀਜੇਪੀ ਕਿਉਂ ਨਹੀਂ ਜੁਆਇਨ ਕਰ ਲੈਂਦੇ। ਔਰ ਬਾਅਦ ਚੋਂ ਈਡੀ ਅਫਸਰਾਂ ਦੀ ਗੱਲ ਇਹ ਵੀ ਨਿਕਲ ਕੇ ਆਈ ਵੀ ਔਨ ਰਿਕਾਰਡ ਨਹੀਂ ਕਿਹਾ ਸੀ। ਵੈਸੇ ਤੇ ਔਨ ਰਿਕਾਰਡ ਈਡੀ ਦੇ ਅਫਸਰ ਕਿੱਦਾਂ ਕਹਿ ਸਕਦੇ ਆ ਕਿਸੇ ਵੀ ਦੂਜੀ ਪਾਰਟੀ ਦੇ ਅਕਿਊਜ਼ ਨੂੰ, ਮੰਤਰੀ ਨੂੰ, ਕਿ ਵੀ ਤੁਸੀਂ ਬੀਜੇਪੀ ਜੁਆਇਨ ਕਰ ਲਓ, ਆਪਾਂ ਤੁਹਾਨੂੰ ਛੱਡ ਦਾਂਗੇ। ਇਹ ਵੀ ਮੁੱਦਾ ਬੜੀ ਪ੍ਰਮੁਖਤਾ ਨਾਲ ਲੱਗਿਆ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਬਲੌਕ, ਯਾਨੀ ਇੰਡੀਆ ਨਹੀਂ ਕਹਾਂਗੇ ਆਪਾਂ, ਮੋਦੀ ਸਾਹਿਬ ਨਾਰਾਜ਼ ਹੋ ਜਾਂਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੀਨਾ ਦੇ ਵਿੱਚ ਇੱਕ ਰੈਲੀ ਸੀ, ਉੱਥੇ ਕਹਿੰਦੇ ਨੇ ਵੀ ਇੰਡੀ, ਉਹ ਇੰਡੀ ਕਿਉਂ, ਉਹ ਆਪਣੀ ਗੱਲ ਬਿਲਕੁਲ ਤਰਕ ਨਾਲ ਰੱਖਦੇ ਨੇ। ਇੰਡੀ ਤੋਂ ਬਾਅਦ ਜਿਹੜਾ ਏ ਲੱਗਦਾ ਉਹਦਾ ਮਤਲਬ ਹੁੰਦਾ ਅਲਾਈਅੰਸ, ਤੇ ਅਸਲ ਇਸ ਤੇ ਇੰਡੀ ਗਠਬੰਧਨ ਹੈਗਾ, ਨਾ ਕਿ ਇੰਡੀਆ ਅਲਾਈਅੰਸ ਹੈਗਾ।
ਤੇ ਉਸ ਕਰਕੇ ਮੋਦੀ ਸਾਹਿਬ ਨੇ ਅੰਗਰੇਜ਼ੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਵਰਗੇ ਬੰਦਾ ਨੇ, ਤੇ ਅਸੀਂ ਵੀ ਅੱਜ ਤੋਂ ਬਾਅਦ ਇੰਡੀ ਗਠਬੰਧਨ ਕਵਾਂਗੇ, ਇੰਡੀ ਅਲਾਈਅੰਸ ਕਵਾਂਗੇ। ਉਸ ਇੰਡੀ ਅਲਾਈਅੰਸ ਨੇ ਪਿਛਲੇ ਦਿਨਾਂ ਦੇ ਵਿੱਚ 14 ਜਿਹੜੇ ਮੇਨ ਸਟ੍ਰੀਮ ਮੀਡੀਆ ਦੇ ਐਂਕਰ ਸੀਗੇ ਉਹਨਾਂ ਤੇ ਲਾਤਾ ਬੈਨ, ਕਹਿਤਾ ਵੀ ਇੰਡੀ ਗਠਬੰਧਨ ਦਾ ਕੋਈ ਵੀ ਲੀਡਰ ਇਹਨਾਂ ਦੀ ਡਿਬੇਟ 'ਚ ਨਹੀਂ ਜਾਣਾ, ਕਿਉਂਕਿ ਇਹ ਜਿਹੜੇ ਸਾਡੇ ਖਿਲਾਫ ਹੀ ਚੱਲਦੇ ਨੇ ਤੇ ਆਪਾਂ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਧਿਆਨ ਦੇਣਾ ਹੈ, ਤੇ ਬਾਕੀ ਕੋਈ ਡਿਬੇਟ ਡਬੂਟ ਅਗਰ ਕੋਈ ਰੰਧਾਵਾ ਤੁਸੀਂ ਵੀ ਕਰਾਓ ਤੇ ਤੁਹਾਡੇ ਹੱਥੇ ਇੰਡੀ ਵਾਲੇ ਆ ਜਾਣਗੇ, ਪਰ ਉੱਥੇ ਨਹੀਂ ਜਾਣਗੇ। ਪਰ ਹਾਂ, ਨਾਲ ਦੇ ਨਾਲ ਹੁਣ ਇੱਕ ਹੋਰ ਰਿਪੋਰਟ ਆਈ ਹੈ ਕਿ ਇੱਕ ਲਿਸਟ ਹੋਰ ਤਿਆਰ ਕੀਤੀ ਜਾ ਰਹੀ ਹੈ ਇੰਡੀ ਅਲਾਈਅੰਸ ਦੁਆਰਾ, ਉਹਦੇ ਵਿੱਚ ਕੁਝ ਨਿਊਜ਼ ਏਜੰਸੀਆਂ ਦੇ ਵੀ ਨਾਂ ਹੋ ਸਕਦੇ ਨੇ। ਇਹ ਕੰਸੋਲ ਲੱਗੀ ਹੈ, ਹੁਣ ਦੇਖੋ ਕਿਹਦਾ ਨੰਬਰ ਲੱਗਦਾ, ਪਰ 2-4 ਦਿਨਾਂ ਦੇ ਵਿੱਚ ਐਦਾਂ ਦੀ ਲਿਸਟ ਵੀ ਬਾਹਰ ਆ ਜਾਣੀ ਹੈ। ਔਰ ਬਾਕੀ ਕਰੀਏ, ਅੱਜ CWC ਦੀ ਮੀਟਿੰਗ ਤੇ ਹੈਗੀ ਹੈ, ਉਸ ਤੋਂ ਬਾਅਦ ਭੋਪਾਲ ਦੇ ਪਹਿਲੇ ਹਫਤੇ ਦੇ ਵਿੱਚ ਜਿਸ ਤਰੀਕੇ ਨਾਲ ਰੈਲੀ ਕੀਤੀ ਜਾਣੀ ਹੈ ਇੰਡੀ ਗਠਬੰਧਨ ਵੱਲੋਂ, ਉਹਦੇ ਵਿੱਚ ਕੌਣ ਗੱਜ ਵੱਜ ਕੇ ਕਹਿੰਦਾ ਹੈ, ਔਰ ਪੰਜਾਬ ਦੇ ਵਿੱਚ ਅਲਾਈਅੰਸ ਨੂੰ ਲੈ ਕੇ ਜਿਹੜੀ ਬਗਾਵਤ ਹੋ ਰਹੀ ਹੈ, ਉਸ ਬਗਾਵਤ ਦਾ ਅਸਰ ਉਸ ਭੋਪਾਲ ਦੀ ਰੈਲੀ ਦੇ ਵਿੱਚ ਕਿੰਨਾ ਹੁੰਦਾ ਹੈ, ਇਹ ਵੀ ਹਜੇ ਦੇਖਣ ਵਾਲੀ ਗੱਲ ਹੈ। ਪਰ 25 ਸਤੰਬਰ, ਅੱਜ ਆਪਾਂ 16 ਸਤੰਬਰ ਦੇ ਵਿੱਚ ਬੈਠੇ ਹਾਂ, 25 ਸਤੰਬਰ ਨੂੰ ਨਵੀਂ ਐਂਟਰੀ ਮਾਰਨ ਵਾਲੇ ਇੰਡੀ ਅਲਾਈਅੰਸ ਦੇ ਵਿੱਚ INLD, ਇੰਡੀਅਨ ਨੈਸ਼ਨਲ ਲੋਕ ਦਲ, ਉਹਨਾਂ ਨੇ ਇੱਕ ਰੈਲੀ ਰੱਖੀ ਹੈ ਕੈਥਲ ਦੇ ਵਿੱਚ। ਉਹਦੇ ਵਿੱਚ ਕਹਿੰਦੇ ਹੁਣ ਕਾਂਗਰਸ ਨੂੰ ਵੀ ਸੱਦਾ ਦੇ ਦਿੱਤਾ, ਸੋਨੀਆ ਗਾਂਧੀ ਤੇ ਖੜਗੇ ਸਾਹਿਬ, ਉਹਨਾਂ ਨੂੰ ਵੀ ਕਹਿ ਦਿੱਤਾ ਵੀ ਆ ਜਾਓ। ਹਾਲਾਂਕਿ ਜਿਹੜਾ ਹਰਿਆਣਾ ਦੇ ਵਿੱਚ ਧੁਰ ਵਿਰੋਧੀ ਹੈਗੇ ਨੇ ਇਹ ਕਾਂਗਰਸ ਤੇ INLD, ਪਰ INLD ਦੇ ਪੱਲੇ ਕੁਝ ਬਚਿਆ ਹੀ ਨਹੀਂ, ਤੇ ਹੁਣ ਵੱਡਿਆਂ ਨੂੰ ਵੀ ਸੱਦਾ ਦੇ ਕੇ। ਔਰ ਕਿਸੇ ਨੇ ਪੁੱਛ ਲਿਆ ਜਿਹੜੇ ਚੌਟਾਲਾ ਸਾਹਿਬ ਨੂੰ ਕਿ ਵੀ ਤੁਸੀਂ ਉਹਨਾਂ ਨੂੰ ਸੱਦਾ ਨਹੀਂ ਦੇ ਰਹੇ ਹੁੱਡਾ ਸਾਹਿਬ ਨੂੰ, ਉਹ ਕਹਿੰਦੇ ਹੁੱਡਾ ਕੌਣ ਹੈ, ਹੁੱਡਾ ਨੂੰ ਨਹੀਂ ਜਾਣਦੇ ਆਪਾਂ, ਜਦ ਉਹਨਾਂ ਦੇ ਵੱਡਿਆਂ ਨੂੰ ਸੱਦ ਲਿਆ ਤੇ ਛੋਟਿਆਂ ਦੀ ਲੋੜ ਹੀ ਨਹੀਂ ਹੈ। ਪਰ ਇਸ 25 ਸਤੰਬਰ ਦੀ ਰੈਲੀ ਦੇ ਵਿੱਚ ਕੌਣ ਆਉਂਦੇ ਨੇ, ਕਿਉਂਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਵੀ ਉੱਥੇ ਜਾ ਰਹੇ ਨੇ, ਕਿ ਉਹ ਵੀ ਇੰਡੀ ਅਲਾਈਅੰਸ ਦੇ ਵਿੱਚ ਸ਼ਾਮਿਲ ਹੋ ਜਾਣਗੇ। ਇਹ ਵੀ ਇੱਕ ਬੜੀ ਜ਼ਬਰਦਸਤ ਤਰੀਕੇ ਨਾਲ ਪੋਲੀਟੀਕਲ ਡਿਵੈਲਪਮੈਂਟ ਹੋ ਸਕਦੀ ਹੈ ਆਉਣ ਵਾਲੇ ਟਾਈਮ ਵਿੱਚ। ਪਰ ਚਲੋ, ਅੱਜ ਤੋਂ ਜਿਹੜਾ ਕਾਂਗਰਸ ਦਾ ਸਟੇਜ ਹੈਦਰਾਬਾਦ ਦੇ ਵਿੱਚ ਸੱਜ ਰਿਹਾ ਹੈ, ਉਹਦੇ ਵਿੱਚੋਂ ਪੰਜਾਬ ਦੇ ਕਾਂਗਰਸੀਆਂ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਇਹ ਗੱਲ ਹੋਰ ਕਲੇਸ਼ ਵੱਲ ਤੁਰਦੀ ਹੈ, ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਤੋਬਾ ਭਾਸਕਰ ਸਾਹਿਬ, ਬਾਕੀ ਸਾਰੀਆਂ ਗੱਲਾਂ ਆ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਇੰਡੀਆ ਗੱਠਜੋੜ 'ਚ ਸ਼ਾਮਲ ਹੋਣ ਵਾਲੀ ਗੱਲ ਆ, ਇਹ ਤੁਹਾਡੀ ਬਿਲਕੁਲ ਨਰਮੂਲ ਆ। ਅਸੀਂ ਐਸੀ ਕਿਸੇ ਵੀ ਖਬਰ ਨੂੰ ਤਿੰਨੇ ਜਾਣੇ ਬਿਲਕੁਲ ਅੱਗੇ ਨਹੀਂ ਵਧਾ ਰਹੇ। ਇਹ ਉਹਨਾਂ ਦਾ ਪ੍ਰੈਰੋਗੇਟਿਵ ਆ, ਇਹ ਉਹਨਾਂ ਦੀ ਡਿਸਕ੍ਰਿਸ਼ਨ ਹੈ, ਇਹ ਉਹਨਾਂ ਦਾ ਅਖਤਿਆਰ ਹੈ, ਤੇ ਇਹ ਉਹਨਾਂ ਦਾ ਫੈਸਲਾ ਹੈ ਕਿ ਉਹਨਾਂ ਕੀ ਕਰਨਾ। ਸਿਆਸਤ ਖੁੱਲੀ ਪਈ ਹੈ, ਖੁੱਲੀ ਰਹਿਣੀ ਚਾਹੀਦੀ ਹੈ। ਸਾਰੇ ਭਾਸਕਰ ਸਾਹਿਬ, ਜੇ ਇੱਕੋ ਲਾਈਨ 'ਚ ਸਾਰੇ ਚੱਲ ਕੇ ਖਬਰ ਕਿਹੜੀ ਬਚਣੀ ਹੈ, ਜਾਣਦਿਆ ਕਰੋ ਕੁਛ। ਇੰਡੀਆ ਅਲਾਈਅੰਸ ਕਹਿ ਗਏ, ਇੰਡੀ ਅਲਾਈਅੰਸ ਹੈ, ਆਪਾਂ ਅੱਗੇ ਤੋਂ ਤੁਹਾਡੀ ਮੰਨਣੀ ਆ, ਪਰ ਫਿਰ ਤੁਹਾਡੀ ਤਾਂ ਪੈੜ ਮੋਦੀ ਸਾਹਿਬ ਦੀ ਪੈੜ 'ਚ ਲੱਗਦੀ ਹੈ। ਚਲੋ, ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।